ਆ ਭਾਰੀ ਜੀ ਇਹ ਅੰਦਰੀ ਜੀ ਹੁਣੇ ਉਹ ਭਈਏ ਆ ਗਏ ਜੀ ਇਹ ਭਾਸ਼ਾ ਸੀਗੀ ਉਹਦੀ। ਉਸ ਦਿਨ ਜੇ ਇਸ ਗੱਲ ਦਾ ਕਿਸੇ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਬਿਠਾ ਕੇ ਸਰਕਾਰ ਜਾਂ ਜਿਹੜੀਆਂ ਵੀ ਏਜੰਸੀਆਂ ਹੁਣ ਐਕਟਿਵ ਹੋ ਕੇ ਦੇਖੋ ਇਹਦੇ ਹਾਲਾਤ ਬਣ ਦਿੱਤੇ ਜਾਂਦੇ ਆ, ਬਣ ਜਾਂਦੇ ਨਹੀਂ ਹੈਗੇ। ਸਾਰਿਆਂ ਨੂੰ ਪਤਾ ਕਿ 6 ਮਹੀਨੇ ਪਹਿਲਾਂ ਅੰਮ੍ਰਿਤਪਾਲ ਆਪਾਂ ਹੁਣ ਕੁਰਬਾਨੀਆਂ ਦੀ ਲੋੜ ਆ, ਸਿਰ ਦੇਣ ਦੀ ਲੋੜ, ਅਸੀਂ ਕੀ ਮਰ ਨਹੀਂ ਪੈਦਾ ਤੇ ਪੁਲਿਸ ਬਾਹਰ ਆ ਕੇ ਕਹਿੰਦੀ ਹੈ ਨਹੀਂ ਜੀ ਜੋ ਇਹਨਾਂ ਨੇ ਸਾਨੂੰ ਨਵੇਂ ਸਬੂਤ ਦੇ ਦਿੱਤੇ ਉਹਦੇ ਮੁਤਾਬਕ ਇਹ ਅਸੀਂ ਗਲਤ ਫੜ ਲਿਆ, ਇਸ ਲਈ ਅਸੀਂ ਬੜੇ ਆਦਰ ਮਾਣ ਦੇ ਨਾਲ ਛੱਡ ਰਹੇ ਹਾਂ। ਤੇ ਉਹ ਕਹਿ ਰਿਹਾ ਸੀਗਾ ਸਾਡਾ ਬੰਦਾ ਜੇ ਛੱਡਣਾ ਤੇ ਛੱਡ ਦਿਓ, ਨਹੀਂ ਤੇ ਅਸੀਂ ਛਡਾ ਲਾਂਗੇ। ਹੁਣ ਕਿਹਦੀ ਮੰਨੀਏ? ਉਹ ਜਾ ਕੇ 26 ਜਨਵਰੀ ਨੂੰ ਉੱਥੇ ਲਾਲ ਕਿਲੇ ਤੇ ਝੰਡਾ ਚਲਾਉਂਦੇ, ਉੱਥੇ ਵੀ ਬੇਕਰਤੂਤੀਆਂ ਕਰਨ ਦੀ ਕੋਸ਼ਿਸ਼। ਹੋਰ ਇੰਨੇ ਬੰਦੇ ਲੱਗੇ ਆ, ਇਕੱਲਾ ਅੰਮ੍ਰਿਤਪਾਲ ਤੇ ਨਹੀਂ ਲੱਗਾ ਕਿ ਜਿਹੜਾ ਨਸ਼ੇ ਛਡਾਉਣ ਦਾ ਕਿੰਨੇ ਸਾਣੇ। ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਅੰਮ੍ਰਿਤਪਾਲ ਕਹਿੰਦਾ ਉਹ ਠੀਕ ਸੀ, ਪਰ ਦੂਜੇ ਪਾਸੇ ਅੰਮ੍ਰਿਤਪਾਲ ਹੋਣਾ ਨੂੰ ਚੱਕ ਲਓ ਖੰਡੇ, ਚੱਕ ਲਓ ਬਰਸੀਆਂ, ਹੋ ਜਾਓ ਤਿਆਰ, ਇਹ ਲਾਲਾ ਕਰਨ ਦੀ ਲੋੜ ਕੀ ਸੀ? ਅੱਜ ਵੀ ਕਿਤੇ ਉਹ ਇਨਪੁਟਸ ਆਏ ਆ, ਇਹ ਵੈਲ ਪਲੈਨਡ, ਵੈਲ ਆਰਕੈਸਟਰਡ ਸਾਰਾ ਕੁਝ ਚੱਲ ਰਿਹਾ। ਜਿਵੇਂ ਤੁਹਾਨੂੰ ਬਾਹਰੋਂ ਆ ਰਿਹਾ ਤੇ ਇੱਕ ਦਿਨ ਕਹਿ ਦੇਣਗੇ ਉਹ ਭੱਜਾਈ ਜਾਂਦਾ ਸੀ ਸਾਡੇ ਤੇ ਉਹਨੇ ਗੋਲੀਆਂ ਚਲਾਤੀਆਂ, 2 ਪੁਲਿਸ ਵਾਲੇ ਸਾਡੇ ਠੋਕਤੇ, ਉਹ ਹੁਣ ਢੇਰੀ ਹੋ ਗਿਆ। ਲਾਰੈਂਸ ਬਿਸ਼ਨੋਈ ਨਾ ਹੋ ਗਿਆ ਕਿਤੇ ਉਹ ਇੰਟਰਨੈਸ਼ਨਲ ਕੋਈ ਉਹ ਬੰਦਾ ਹੋ ਗਿਆ। ਸਾਰੇ ਮੈਂ ਲਾਰੈਂਸ ਬਿਸ਼ਨੋਈ ਵੱਡਾ ਹੈ ਕਿ DGP ਵੱਡਾ ਹੈ? ਇੱਥੇ ਬਣ ਗਈਆਂ ਮਿਸਲਾਂ। ਇੱਕ ਹੈਗੀ ਆ ਕਿਸਾਨਾਂ ਦੀ ਮਿਸਲ, ਇੱਕ ਹੈਗੀ ਹੈ ਗੈਂਗਸਟਰਾਂ ਦੀ ਮਿਸਲ, ਇੱਕ ਆ ਮਿਸਲ ਹੈ ਜਿਹੜੀ ਹੁਣ ਲੜ ਰਹੀ ਹੈ ਅੰਮ੍ਰਿਤਪਾਲ ਦੀ ਮਿਸਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ। ਸਾਡੇ ਚੈਨਲ ਤੇ ਤੁਸੀਂ ਹਰ ਵਾਰ ਐਂਟਰਟੇਨਮੈਂਟ ਦੀ ਕਾਫੀ ਵੀਡੀਓ ਦੇਖਦੇ ਹੋ, ਪਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਅੱਜ ਸਾਰੇ ਭਲੀ ਭਾਂਤੀ ਜਾਣਦੇ ਨੇ। ਇਹਨਾਂ ਗੱਲਾਂ ਦੀ ਹੀ ਚਰਚਾ ਕਰਾਂਗੇ ਆਪਾਂ ਸਿਆਸਤ ਦੇ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ, ਜਿਹੜੇ ਸਿਆਸਤ ਦੇ ਮਾਹਿਰ ਨੇ। ਅਕਸਰ ਹੀ ਡਿਬੇਟ ਦੇ ਵਿੱਚ ਤੁਸੀਂ ਦੇਖਦੇ ਹੋ ਜੋ ਪੰਜਾਬ ਦਾ ਮਾਹੌਲ ਹੈ ਜੋ ਇਸ ਵਾਰ ਕਾਫੀ ਵਿਗੜਿਆ ਹੋਇਆ, ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਕਿੱਦਾਂ ਦੇ ਵਿਵਾਦ ਉੱਠ ਰਹੇ ਨੇ। ਹਰ ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਦੀ ਹੀ ਖਬਰਾਂ ਚੱਲ ਰਹੀਆਂ ਨੇ। ਸੋ ਸਾਡੇ ਨਾਲ ਪ੍ਰੋਫੈਸਰ ਮਨਜੀਤ ਜੀ ਆ, ਉਹਨਾਂ ਦੇ ਨਾਲ ਇਹਨਾਂ ਗੱਲਾਂ ਦੀ ਚਰਚਾ ਕਰਾਂਗੇ। ਸਰ ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਵਿੱਚ। ਔਰ ਜਿੱਦਾਂ ਤੁਸੀਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਕੀ ਕਹੋਗੇ ਇਸ ਦੇ ਬਾਰੇ? ਦੇਖੋ ਇਹਦੇ ਹਾਲਾਤ ਬਣ ਦਿੱਤੇ ਜਾਂਦੇ ਆ, ਬਣ ਜਾਂਦੇ ਨਹੀਂ ਹੈਗੇ। ਸਾਰਿਆਂ ਨੂੰ ਪਤਾ ਕਿ 6 ਮਹੀਨੇ ਪਹਿਲਾਂ ਅੰਮ੍ਰਿਤਪਾਲ ਇੱਕ ਯੰਗ ਮੁੰਡਾ ਜਿਹੜਾ ਕਿ ਦੁਬਈ ਦੇ ਵਿੱਚ ਕੋਈ ਟਰੱਕਾਂ ਦਾ ਕੰਮ ਕਰਦਾ ਸੀਗਾ, ਕਿਸੇ ਵੀ ਕਿਸਮ ਦਾ ਕੰਮ ਕਰਦਾ ਸੀ, ਬਹੁਤ ਕੋਈ ਪੜ੍ਹਿਆ ਲਿਖਿਆ ਵੀ ਨਹੀਂ ਹੈ, ਪੋਲੀਟੈਕਨਿਕ ਕਾਲਜ ਚੋਂ ਡਰਾਪ ਆਊਟ ਹੈ। ਅਚਾਨਕ ਇੱਥੇ ਭਿੰਡਰਾਂ ਵਾਲੇ ਦੇ ਅਕਸ਼ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਂਦਾ। ਹਾਲਾਂਕਿ ਉਹ ਖੁਦ ਕਹਿੰਦੇ ਕਿ ਮੈਂ ਤੇ ਉਹਨਾਂ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੈ, ਪਰ ਜੋ ਲੋਕੀ ਉਸ ਨੂੰ ਦੇਖਦੇ ਰਹੇ ਆ ਇੰਨਾ ਟਾਈਮ, ਤੇ ਉਹ ਉਹਨੂੰ ਉਸੇ ਤਰੀਕੇ ਨਾਲ ਹੀ ਦੇਖਦੇ ਰਹੇ ਕਿ ਇਹ ਭਿੰਡਰਾਂ ਵਾਲੇ ਦੀ ਲਗੇਸੀ ਆ। ਇੱਕ ਪਾਸੇ ਭਿੰਡਰਾਂ ਵਾਲੇ ਦੀ ਲਗੇਸੀ, ਉਹਦਾ ਇਤਿਹਾਸ ਨੂੰ ਦੁਬਾਰਾ ਸਿਰਜਣ ਦੀ ਕੋਸ਼ਿਸ਼ ਕਰਨਾ, ਤੇ ਦੂਜੇ ਪਾਸੇ ਦੀਪ ਸਿੱਧੂ ਦੇ ਵਾਰਿਸ ਪੰਜਾਬ ਦੇ, ਜਿਹੜੇ ਕਿ ਦੀਪ ਸਿੱਧੂ ਸਗੋਂ ਇਹਨਾਂ ਦੇ ਨਾਲ ਨਹੀਂ ਸੀ ਇੰਨਾ ਮਤਲਬ ਕੋਈ ਸਖਾਵਾਂ ਰਿਲੇਸ਼ਨ ਜੋ ਦੀ ਸੁਣਨ ਨੂੰ ਮਿਲਦਾ, ਤਾਂ ਇਹ ਉਸ ਦੇ ਵੀ ਪ੍ਰਧਾਨ ਤੁਰੰਤ ਨਿਯੁਕਤ ਕਰ ਦਿੱਤੇ ਜਾਂਦੇ ਆ। ਇਹ ਸਾਰਾ ਕੁਝ ਜਿੱਦਣ ਸਤੰਬਰ ਅਖੀਰ ਦੇ ਵਿੱਚ ਆਖਰੀ ਹਫ਼ਤੇ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਪਹਿਲਾ ਭਾਸ਼ਣ ਵੱਡਾ ਦਿੱਤਾ, ਤੇ ਅਸੀਂ ਤਾਂ ਉਦਣ ਹੀ ਕੰਨ ਵੀ ਖੜੇ ਕਰ ਲਏ ਸੀ, ਤੇ ਇਹਨਾਂ ਨੌਜਵਾਨਾਂ ਨੂੰ ਵੀ ਕਿਹਾ ਸੀਗਾ, ਤੇ ਸਟੇਟ ਨੂੰ ਵੀ ਸੁਨੇਹਾ ਦਿੱਤਾ ਸੀ। ਉਹ ਬੜੀ ਵੀਡੀਓ ਵਾਇਰਲ ਹੋਈ ਕਈ ਲੱਖਾਂ 'ਚ। ਉਹ ਇਹ ਕਿਹਾ ਸੀਗਾ ਕਿ ਦੇਖੋ, ਜੇ ਪੰਜਾਬ ਦੇ ਅੰਦਰ ਸੱਚੀ ਮੁੱਚੀ ਅਸੀਂ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੇ ਨੌਜਵਾਨਾਂ ਦਾ ਕੋਈ ਭਲਾ ਕਰਨਾ ਚਾਹੁੰਦੇ ਹਾਂ, ਤਾਂ ਪਹਿਲੀ ਗੱਲ ਕਿ ਤਰੀਕਾ ਕੀ ਹੋਵੇ, ਇਹਦੋਂ ਪਹਿਲਾਂ ਕਿ ਅਸੀਂ ਕਰਨਾ ਕੀ ਹੈ, ਕੀ ਲਕਸ਼ ਆਪਾਂ ਤੈਅ ਕਰਕੇ ਉਹ ਪਾਉਣੇ ਆ, ਤਰੀਕਾ ਕੀ ਹੋਵੇ ਉਹ ਬਹੁਤ ਇੰਪੋਰਟੈਂਟ ਹੈ। ਆਹ ਜਿਹੜਾ ਤਰੀਕਾ ਬਾਰ-ਬਾਰ ਕੇ ਚੱਕ ਲਓ, ਥੱਲ ਲਓ, ਅਸੀਂ ਗੁਲਾਮ ਆ, ਅਸੀਂ ਛੱਡਾਂਗੇ ਨਹੀਂ, ਸਾਨੂੰ ਹਥਿਆਰਾਂ ਦੀ ਕਮੀ ਨਹੀਂ, ਆਪਾਂ ਹੁਣ ਕੁਰਬਾਨੀਆਂ ਦੀ ਲੋੜ ਆ, ਸਿਰ ਦੇਣ ਦੀ ਲੋੜ। ਅਸੀਂ ਕੀ ਮਰਨ ਲਈ ਪੈਦਾ ਹੋਏ ਹਾਂ? ਅਸੀਂ ਆਪਣੇ ਨੌਜਵਾਨਾਂ ਨੂੰ ਮਾਰਨ ਲਈ ਪੈਦਾ ਕੀਤਾ ਹੈ? ਅਸੀਂ ਇੱਕ ਚੰਗੇ ਇਨਸਾਨ ਤੇ ਚੰਗਾ ਸਮਾਜ ਬਣਾਉਣ ਲਈ ਇੱਥੇ ਚਾਹੁੰਦੇ ਹਾਂ, ਉਮੀਦ ਕਰਦੇ ਹਾਂ ਕਿ ਸਾਡੇ ਵੀ ਨੌਜਵਾਨ ਜਿਹੜੇ ਆ ਉਹ ਚੰਗੇ ਕੰਮ ਕਰਨ ਔਰ ਦੇਸ਼ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਣ। ਅਸੀਂ ਦੂਜੇ ਪਾਸੇ ਨੂੰ ਤੋਰ ਲੈਂਦੇ ਹਾਂ। ਉਹੀ ਹੋਇਆ।
ਉਸ ਦਿਨ ਜੇ ਇਸ ਗੱਲ ਦਾ ਕਿਸੇ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਬਿਠਾ ਕੇ ਸਰਕਾਰ ਜਾਂ ਜਿਹੜੀਆਂ ਵੀ ਏਜੰਸੀਆਂ ਹੁਣ ਐਕਟਿਵ ਹੋ ਕੇ ਪਿੱਛੇ ਲੱਗੀਆਂ ਹੋਈਆਂ ਤੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ, ਕਦੀ IG ਸਕਚੈਨ ਕਰਦੇ ਆ ਤੇ ਕਦੀ ਭਗਵੰਤ ਮਾਨ ਤੇ ਕਦੀ ਕੇਜਰੀਵਾਲ ਤੱਕ ਬਿਆਨ ਰੋਜ਼ ਛੱਡ ਰਹੇ ਆ, ਜੇ ਉਦਣ ਐਕਟਿਵ ਹੋਏ ਹੁੰਦੇ ਤੇ ਇਹ ਇੱਥੇ ਤੱਕ ਤੇ ਗੱਲ ਨਾ ਪਹੁੰਚਦੀ। ਵਹੀਰ ਚੱਲੀ, ਹੋਰ ਚੱਲੀ, ਅੰਮ੍ਰਿਤਪਾਨ ਹੋਇਆ, ਹੁਣ ਇੱਕ ਹੋਰ ਵਹੀਰ 19 ਤਰੀਕ ਨੂੰ ਚੱਲਣੀ ਸੀਗੀ, ਜਿਨ੍ਹਾਂ ਨੇ ਮੁਕਤਸਰ ਤੋਂ ਚੱਲ ਕੇ ਤਾਂ ਦਮਦਮਾ ਸਾਹਿਬ ਤੱਕ ਪਹੁੰਚਣਾ ਸੀ ਤੇ ਉਹਦੀ ਲਾਈਟ ਦੇ ਵਿੱਚ ਅਚਾਨਕ ਅਜਨਾਲੇ ਵਾਲਾ ਐਡਾ ਵੱਡਾ ਐਪੀਸੋਡ ਹੋਇਆ ਕਿ ਬੰਦਾ ਫੜਿਆ ਉਹਦੇ ਤੇ ਪੁਲਿਸ ਬਾਹਰ ਆ ਕੇ ਕਹਿੰਦੀ ਹੈ ਨਹੀਂ ਜੀ, ਜੋ ਇਹਨਾਂ ਨੇ ਸਾਨੂੰ ਨਵੇਂ ਸਬੂਤ ਦੇ ਦਿੱਤੇ ਉਹਦੇ ਮੁਤਾਬਕ ਇਹ ਅਸੀਂ ਗਲਤ ਫੜ ਲਿਆ, ਇਸ ਲਈ ਅਸੀਂ ਬੜੇ ਆਦਰ ਮਾਣ ਦੇ ਨਾਲ ਛੱਡ ਰਹੇ ਹਾਂ। ਤੇ ਉਹ ਕਹਿ ਰਿਹਾ ਸੀਗਾ ਸਾਡਾ ਬੰਦਾ ਜੇ ਛੱਡਣਾ ਤੇ ਛੱਡ ਦਿਓ, ਨਹੀਂ ਤੇ ਅਸੀਂ ਛਡਾ ਲਾਂਗੇ। ਹੁਣ ਕਿਹਦੀ ਮੰਨੀਏ? ਇਹ ਤੇ ਹਾਲਾਤ ਪੁਲਿਸ ਨੇ ਤੇ ਸਰਕਾਰਾਂ ਨੇ ਆਪਣੀ ਪੋਜੀਸ਼ਨ ਨੂੰ ਐਡਾ ਹਾਸੋਹੀਣਾ ਕਰ ਲਿਆ, ਵਿਸ਼ਵਾਸ ਨਹੀਂ ਆਉਂਦਾ ਕਿ ਕੀ ਕਰੀਏ ਹੁਣ। ਹੁਣ ਜੋ ਰੋਜ਼ ਤਮਾਸ਼ਾ ਹੋ ਰਿਹਾ, ਕੱਲ੍ਹ ਜਸਟਿਸ ਸਿਖਾਵਤ ਨੇ ਇਹੋ ਜਿਹੀ ਲਾਪਾ ਕੀਤੀ ਆ, ਮੈਂ ਕਹਿੰਦਾ ਚੰਗਾ ਕੀਤਾ, ਕਰਨਾ ਹੀ ਚਾਹੀਦਾ ਸੀ। ਉਹ ਕਹਿੰਦਾ ਤੁਸੀਂ ਜੋ 80,000 ਬੰਦੇ ਪੁਲਿਸ ਵਾਲੇ ਪੰਜਾਬ ਦੇ ਖਜ਼ਾਨੇ ਨੂੰ ਕੰਗਲਾ ਕਰ ਦਿੱਤਾ, ਤਨਖਾਹਾਂ ਜਿਹੜੀਆਂ ਦਿੰਦਾ ਤੁਹਾਨੂੰ, ਤੁਸੀਂ 20-25 ਬੰਦੇ ਜਿਹੜੇ ਸੀ ਉਹ ਨਹੀਂ ਤੁਹਾਡੇ ਕੋਲ ਹੋਏ, ਜਾਂ ਇੱਕ ਬੰਦਾ ਜਿਹੜਾ ਸੀਗਾ ਉਹਦਾ ਮੇਨ ਬੰਦਾ ਸੀ ਉਹ ਨਹੀਂ ਤੁਹਾਡੇ ਕੋਲ ਫੜਨ ਦੇ ਤੁਹਾਡੇ ਤਰੀਕੇ ਕੀ ਸੀ, ਤੁਹਾਡੀ ਪਲੈਨਿੰਗ ਕੀ ਸੀ? ਜੇ ਤੁਸੀਂ ਫੜਨਾ ਹੀ ਸੀ, ਮੈਂ ਨਹੀਂ ਕਹਿੰਦਾ ਕਿ ਫੜਨਾ ਜ਼ਰੂਰੀ ਆ ਜਾਂ ਨਹੀਂ ਜ਼ਰੂਰੀ, ਪਰ ਤੁਸੀਂ ਗਏ ਸੀ ਨਾ ਫੜਨ ਉਹਨੂੰ, ਫਿਰ ਕੀ ਆ ਤੁਹਾਡਾ ਕੰਮ ਕੀ ਸੀ ਆ? ਉਹਨਾਂ ਦਾ ਇਹ ਜਿਹੜਾ ਪੰਜਾਬ ਦਾ ਹਾਲਤ ਹੈ ਅੱਜ, ਉਹ ਇਹਨਾਂ ਲੋਕਾਂ ਦੀਆਂ ਬੇਕਰਤੂਤੀਆਂ ਕਰਕੇ ਤਰਸਯੋਗ ਹਾਲਤ ਬਣੀ ਆ। ਤੇ ਇਹ ਜੇ ਸਹੀ ਰਸਤੇ 'ਤੇ ਖੁਦ ਨਹੀਂ ਆਉਣਗੇ ਤੇ ਪੰਜਾਬ ਸਹੀ ਰਸਤੇ 'ਤੇ ਕਿੱਥੇ ਆਉਣਾ? ਤੇ ਜਿਹੜੇ ਸਹੀ ਰਸਤੇ ਦਾ ਨਾਂ ਲੈ ਕੇ ਅੰਮ੍ਰਿਤਪਾਲ ਵਰਗੇ ਨੌਜਵਾਨ ਮੈਦਾਨ 'ਚ ਨਿੱਤਰਦੇ ਆ, ਉਹਨਾਂ ਦਾ ਵੀ ਮੈਨੂੰ ਇਹ ਖੇਦ ਰਹਿੰਦਾ, ਸ਼ਿਕਾਇਤ ਰਹਿੰਦੀ ਆ ਕਿ ਇਹ ਤਰੀਕਾ ਠੀਕ ਨਹੀਂ ਹੈ। ਕਿੰਨੀ ਕੁ ਵਾਰੀ ਆਪਾਂ ਹੋਰ ਆਪਣੇ ਨੌਜਵਾਨਾਂ ਨੂੰ ਮਰਵਾਵਾਂਗੇ? ਤੁਸੀਂ ਕਿਸਾਨਾਂ ਵਾਲਾ ਜਿਹੜਾ ਸੰਘਰਸ਼ ਸੀਗਾ, ਕਿੰਨਾ ਸ਼ਾਂਤਮਈ, ਕਿੰਨਾ ਵਿਸ਼ਾਲ, 13 ਮਹੀਨੇ ਸੜਕ 'ਤੇ ਬੈਠ ਕੇ, ਇੱਕ ਦਿਨ ਬੈਠਣਾ, 1 ਘੰਟਾ ਸੜਕ 'ਤੇ ਬੱਸ ਨੂੰ ਵੇਟ ਕਰਨਾ ਔਖਾ ਹੋ ਜਾਂਦਾ। ਇੰਨੇ ਸਾਲ 700 ਤੋਂ ਉੱਪਰ ਤੁਹਾਡੇ ਉੱਥੇ ਬੰਦੇ ਸ਼ਹੀਦ ਹੋ ਜਾਂਦੇ ਆ, ਕੋਈ ਸੀ ਨਹੀਂ ਕਰਦੇ। ਉਸੇ ਤਰੀਕੇ ਨਾਲ ਲਗਾਤਾਰ ਭਾਵੇਂ 10 ਸਾਲ ਉੱਥੇ ਹੋਰ ਬਿਠਾ ਦਿੰਦੇ, ਲੋਕਾਂ ਨੇ ਤੇ ਪੱਕੇ ਟਿਊਬਵੈੱਲ ਵੀ ਲਾ ਲਏ ਸੀ ਉੱਥੇ ਸੜਕ ਦੇ ਉੱਤੇ। ਇਹ ਹੁੰਦੀ ਹੈ ਇੱਕ ਲੋਕ ਸ਼ਕਤੀ, ਲੋਕ ਪਿਆਰ, ਲੋਕਾਂ ਦੀ ਸ਼ਕਤੀ ਦਾ ਆਦਰ ਤੇ ਅਦਬ ਤੇ ਭਾਈਚਾਰਾ। ਜੋ ਸਾਡੇ ਰਿਸ਼ਤੇ ਹਰਿਆਣੇ ਦੇ ਕਿਸਾਨਾਂ ਨਾਲ ਬਣੇ, ਜੋ ਰਿਸ਼ਤੇ ਸਾਡੇ UP ਦੇ ਕਿਸਾਨਾਂ ਦੇ ਨਾਲ ਬਣੇ, ਮੈਂ ਤੇ ਹੈਰਾਨ ਰਹਿ ਗਿਆ। ਕੋਈ ਹਿੰਦੂ ਸਿੱਖ ਫਲਾਨਾ ਟਮਕਾਣਾ SYL ਕਿਸੇ ਪਾਣੀ ਦਾ ਕੋਈ ਝਗੜਾ ਨਹੀਂ ਸੀ ਨਜ਼ਰ ਆਉਂਦਾ। ਭਰਾ ਕਹਿੰਦੇ ਸੀ ਤੁਸੀਂ ਵੱਡੇ ਭਰਾ ਸੀ, ਛੋਟੇ ਭਰਾ, ਅਸੀਂ ਵੀ ਉਹ ਮਨਜ਼ੂਰ ਕੀਤਾ। ਉਸ ਸਾਰੀ ਸਟਰਗਲ ਨੂੰ ਵੀ ਤਾਰਪੀਡੋ ਕਰਨ ਦੀ ਇਹਨਾਂ ਨੇ, ਉਹ ਜਾ ਕੇ 26 ਜਨਵਰੀ ਨੂੰ ਉੱਥੇ ਲਾਲ ਕਿਲੇ 'ਤੇ ਝੰਡਾ ਚਲਾਉਣ ਦੇ, ਉੱਥੇ ਵੀ ਬੇਕਰਤੂਤੀਆਂ ਕਰਨ ਦੀ ਕੋਸ਼ਿਸ਼ ਕੀਤੀ। ਉਹ ਕੋਈ ਕੰਮ ਸੀਗਾ? ਬੰਦੇ ਮਰਵਾ ਦੇਣੇ ਸੀ ਲੱਖਾਂ ਦੀ ਗਿਣਤੀ 'ਚ ਇਹਨਾਂ ਨੇ। ਕੀ ਆਪਾਂ ਬਾਰ-ਬਾਰ ਇਹਨਾਂ ਗੱਲਾਂ ਤੋਂ ਬਾਅਦ ਨਹੀਂ ਆਵਾਂਗੇ? ਇਸ ਲਈ ਮੈਨੂੰ ਤਾਂ ਬਹੁਤ ਇਸ ਗੱਲ ਦਾ ਅਫਸੋਸ ਆ ਕਿ ਸਾਡੇ 'ਚ ਇੰਨਾ ਕੱਚਾਪਣ, ਇੰਨਾ ਨਿਆਣਾਪਣ ਹੈਗਾ ਅਜੇ ਵੀ, ਕਿ ਅਸੀਂ ਆਪਣਾ ਵੀ ਨਹੀਂ ਸੋਚਦੇ ਤੇ ਨਾਲ ਦਿਆਂ ਦਾ ਵੀ ਨਹੀਂ ਸੋਚਦੇ। ਤੇ ਪੰਜਾਬ ਦੇ ਭਲੇ ਦੀ ਗੱਲ ਕਰਨ ਲਈ ਜਾਂ ਸਿੱਖੀ ਦਾ ਵਿਸਥਾਰ ਕਰਨ ਦੇ ਨਾਂ ਦੇ ਉੱਤੇ ਅਸੀਂ ਕਿਤੇ ਹੋਰ ਹੀ ਗੱਲਾਂ ਨੂੰ ਲੈ ਜਾਂਦੇ ਹਾਂ, ਜੋ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ। ਪ੍ਰੋਫੈਸਰ ਸਾਹਿਬ, ਆਪਾਂ ਭਲੇ ਦੀ ਗੱਲ ਕਰ ਰਹੇ ਸੀ, ਤੁਸੀਂ ਭਲੇ ਦੀ ਗੱਲ ਆਖੀ ਹੈ। ਭਲੇ ਤੋਂ ਯਾਦ ਹੈ ਕਿ ਜਿੱਦਾਂ ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ, ਉਹ ਵੀਡੀਓ ਵੀ ਕਾਫੀ ਵਾਇਰਲ ਹੁੰਦੀਆਂ ਸੀ, ਜਿੱਦਾਂ ਕਿ ਲੋਕਾਂ ਨੂੰ ਯਾਨੀ ਨਸ਼ੇ ਤੋਂ ਮੁਕਤ ਕਰਨਾ, ਯਾਨੀ ਸਿੱਖੀ ਦੇ ਨਾਲ ਜੋੜਨਾ, ਇਹ ਸਭ ਕਰਦੇ ਰਹੇ ਆ। ਇਹਨਾਂ ਬਾਰੇ ਕੀ ਕਹੋਗੇ? ਕੌਣ ਰੋਕਦਾ? ਤੁਸੀਂ ਹੋਰ ਇੰਨੇ ਬੰਦੇ ਲੱਗੇ ਆ, ਇਕੱਲਾ ਅੰਮ੍ਰਿਤਪਾਲ ਤੇ ਨਹੀਂ ਲੱਗਾ, ਕਿ ਜਿਹੜਾ ਨਸ਼ੇ ਛਡਾਉਣ ਦਾ ਕਿੰਨੇ ਸਾਰੇ ਪ੍ਰਾਈਵੇਟ ਸੈਂਟਰ ਵੀ ਆ, ਠੀਕ ਹੈ ਪੈਸੇ ਵੀ ਲੈਂਦੇ ਹੋਣਗੇ, ਕੋਈ ਨਹੀਂ ਰੋਕਦਾ ਹੈ। ਪਰ ਜੇ ਤੁਸੀਂ ਇਹ ਕੰਮ ਦੇ ਆੜ ਦੇ ਵਿੱਚ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰੋਗੇ, ਫਿਰ ਦੋਵੇਂ ਕੰਮ ਤੇ ਨਹੀਂ ਹੋਣਗੇ। ਉਹ ਕੰਮ ਜ਼ਿਆਦਾ ਇੰਪੋਰਟੈਂਟ ਹੋ ਜਾਊਗਾ, ਨਸ਼ੇ ਛਡਾਉਣਾ ਜਿਹੜਾ ਸੈਕੰਡਰੀ ਹੋ ਜੂ। ਹੁਣ ਅੱਜ ਕੀ ਰਿਪੋਰਟਾਂ ਆ ਰਹੀਆਂ, ਮੈਂ ਉਹਨਾਂ ਦੀਆਂ ਰਿਪੋਰਟਾਂ ਨੂੰ ਅਥੈਂਟਿਕ ਨਹੀਂ ਮੰਨਦਾ ਹਾਲ ਦੀ ਘੜੀ। ਕੀ ਪਤਾ ਕਿ ਪੁਲਿਸ ਦੀ ਵਰਜ਼ਨ ਦੇ ਉੱਤੇ ਮੈਨੂੰ ਕੋਈ ਭੋਰਾ ਪਰ ਭਰੋਸਾ ਨਹੀਂ ਹੈਗਾ, ਪੂਰਾ ਵੀ ਭਰੋਸਾ ਨਹੀਂ। ਜੋ ਉਹ ਕਹਿੰਦੇ, ਉਹ ਪਤਾ ਨਹੀਂ ਉਹ ਸੱਚ ਬੋਲਦੇ ਝੂਠ ਬੋਲਦੇ। ਪਰ ਅੱਜ ਆ ਕੀ ਰਿਹਾ ਕਿ ਉਹ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਦੇ ਉੱਤੇ ਉੱਥੇ ਤੇ ਜੀ ਆਰਮੀ ਖੜੀ ਕੀਤੀ ਜਾ ਰਹੀ ਸੀ, ਆਰਮਡ ਫੋਰਸਿਸ ਖੜੀ ਕੀਤੀ ਜਾ ਰਹੀ ਸੀਗੀ, ਆਨੰਦਪੁਰ ਖਾਲਸਾ ਫੋਰਸ ਖੜੀ ਕਰ ਰਹੇ ਸੀਗੇ, ਉੱਥੇ ਤੇ ਟ੍ਰੇਨਿੰਗ ਦੇ ਰਹੇ ਸੀ, ਉੱਥੇ ਤੇ ਸੁਸਾਈਡਲ ਬੰਬਰ, ਜੋ ਕਹਾਣੀਆਂ ਨਾਲ ਲਪੇਟੀਆਂ ਜਾ ਸਕਦੀਆਂ ਲਪੇਟੀ ਤੁਰੇ ਜਾਂਦੇ ਆ। ਹੁਣ ਉਹ ਮਸਲਾ ਤੇ ਰਹਿ ਗਿਆ ਇੱਕ ਪਾਸੇ। ਹੁਣ
ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਅੰਮ੍ਰਿਤਪਾਲ ਕਹਿੰਦਾ ਉਹ ਠੀਕ ਸੀ, ਪਰ ਦੂਜੇ ਪਾਸੇ ਅੰਮ੍ਰਿਤਪਾਲ ਹੋਣਾ ਨੂੰ ਚੱਕ ਲਓ ਖੰਡੇ, ਚੱਕ ਲਓ ਬਰਸੀਆਂ, ਹੋ ਜਾਓ ਤਿਆਰ, ਇਹ ਲਾਲਾ ਲਾਲਾ ਕਰਨ ਦੀ ਲੋੜ ਕੀ ਸੀ? ਜੇ ਤੁਸੀਂ ਰੋਜ਼ ਲਾਲਾ ਲਾਲਾ ਕਰੋਗੇ ਤਾਂ ਕੁਦਰਤੀ ਹੈ ਕਿ ਪੁਲਿਸ ਫਿਰ 10 ਗੱਲਾਂ ਹੋਰ ਵੀ ਨਾਲ ਜੋੜ ਦੂਗੀ। ਯਾਨੀ ਤੁਸੀਂ ਕਹਿਣ ਦਾ ਮਤਲਬ ਇਹ ਹੈ ਤੁਹਾਡਾ ਕਿ ਜਿੱਦਾਂ ਅਜਨਾਲੇ ਦੀ ਗੱਲ ਕਰ ਲਈਏ, ਅਜਨਾਲੇ ਦੇ ਵਿੱਚ ਜੋ ਹਿੰਸਾ ਹੋਈ ਹੈ, ਯਾਨੀ ਇੱਕ ਬਾਬਾ ਜੀ ਦੀ ਬੀੜ ਸਾਹਿਬ ਨੂੰ ਇੱਕ ਢਾਲ ਬਣਾਇਆ ਗਿਆ, ਯਾਨੀ ਉਸ ਸਮੇਂ ਪ੍ਰਸ਼ਾਸਨ ਨੇ ਯਾਨੀ ਇੱਕ ਵਧੀਆ ਤਰੀਕੇ ਨਾਲ ਡੀਲ ਕੀਤਾ ਲੋਕਾਂ ਨੂੰ ਕਿ ਨਹੀਂ, ਅਗਰ ਐਦਾਂ ਦਾ ਕੁਝ ਲਾਠੀ ਵੀ ਵੱਜ ਜਾਂਦੀ ਹੈ ਬਾਬਾ ਜੀ ਦੀ ਬੀੜ ਤੇ ਜਾਂ ਕੁਝ ਐਦਾਂ ਮਾੜਾ ਜਿਹਾ ਸ਼ੀਸ਼ਾ ਵੀ ਟੁੱਟ ਜਾਂਦਾ ਤਾਂ ਹਿੰਸਾ ਹੋਰ ਵੱਧ ਸਕਦੀ ਹੈ। ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਨੇ ਉੱਥੇ ਵਧੀਆ ਕੀਤਾ ਇਹ ਚੀਜ਼ਾਂ ਕਰਕੇ, ਤੇ ਬਾਅਦ ਦੇ ਵਿੱਚ ਜੋ ਵੀ ਪਰਚਾ ਰੋਕਿਆ ਯਾਨੀ ਬਾਹਰ ਕੱਢਿਆ, ਇਹ ਸਭ ਯਾਨੀ ਦਬਾਅ ਦੇ ਵਿੱਚ ਕੀਤਾ ਗਿਆ ਅੰਮ੍ਰਿਤਪਾਲ ਦੇ? ਬਿਲਕੁਲ ਦਬਾਅ 'ਚ ਕੀਤਾ। ਹੁਣ ਜਦੋਂ ਪਤਾ ਲੱਗ ਗਿਆ ਕਿ ਇਹਨਾਂ ਦੀ ਅੱਲੇ ਪੱਲੇ ਕੁਛ ਰਿਹਾ ਨਹੀਂ, ਉਹ ਇੱਥੋਂ ਇੰਨੀ ਜ਼ਿਆਦਾ ਹੋਈ ਆ, ਤੇ ਹੁਣ ਇਹ ਦੂਜੇ ਪਾਸੇ ਨੂੰ ਚੱਲ ਪਏ ਆ। ਸਾਨੂੰ ਤਾਂ ਡਰ ਆ, ਸਾਨੂੰ ਬਹੁਤ ਆਮ ਬੰਦੇ ਆ। ਹੁਣ ਇੱਥੇ ਆ ਕੇ ਸੈਮੀਨਾਰ ਚੱਲ ਰਿਹਾ ਟੌੜਾ ਸਾਹਿਬ ਤੇ, ਮੈਂ ਬਾਹਰ ਨਿਕਲ ਕੇ ਤੁਹਾਨੂੰ ਇਹ ਇੰਟਰਵਿਊ ਦੇ ਰਿਹਾ, ਉਹਦੇ ਤੇ ਅੰਦਰ ਕਿੰਨੇ ਬੰਦੇ ਮਿਲੇ, ਉਹ ਗੱਲ ਕਰ ਰਿਹਾ ਫੜਿਆ ਹੋਇਆ ਛੱਡਿਆ ਨਹੀਂ ਹੈਗਾ, ਇਹਨਾਂ ਦੇ ਕੋਲੇ ਹੀ ਹੈਗਾ, ਐਵੇਂ ਕਹੀ ਜਾਂਦੇ ਹੈ ਨਹੀਂ ਉੱਧਰ ਆ ਇੱਧਰ। ਹੁਣ ਜਿੰਨੇ ਮੂੰਹ ਉਨੀਆਂ ਗੱਲਾਂ, ਜਾਣੀ ਜਦੋਂ ਵਿਸ਼ਵਾਸ ਕਿਸੇ ਦਾ ਪੂਰਨ ਤੌਰ ਤੇ ਨਾ ਰਹਿ ਜੇ, ਕਿਸੇ ਵੀ ਸੰਸਥਾ ਦਾ, ਕਿਸੇ ਵੀ ਆਦਮੀ ਦਾ, ਕਿਸੇ ਵੀ ਇੰਸਟੀਟਿਊਸ਼ਨ ਦਾ, ਤਾਂ ਕੁਦਰਤੀ ਆ ਕਿ ਫਿਰ ਇਹੋ ਜਿਹੀਆਂ ਗੱਲਾਂ ਤੇ ਉੱਠਣਗੀਆਂ ਹੀ। ਝੂਠੇ ਪੁਲਿਸ ਮੁਕਾਬਲੇ ਪਹਿਲਾਂ ਵੀ ਹੁੰਦੇ ਰਹੇ, ਅੱਜ ਵੀ ਹੋ ਸਕਦੇ, ਇਹ ਡਰ ਵੀ ਇਹ ਬਣਿਆ, ਅੱਜ ਵੀ ਬਣਿਆ, ਉਹਨਾਂ ਦੇ ਮਾਂ-ਬਾਪ ਨੂੰ ਵੀ ਬਣਿਆ, ਹੋਰ ਲੋਕਾਂ ਨੂੰ ਵੀ ਬਣਿਆ। ਇਹ ਕੰਮ ਨਹੀਂ ਹੋਣਾ ਚਾਹੀਦਾ। ਜੋ ਹੈਗਾ ਉਹ ਉਹੀ ਹੀ ਹੋਣਾ ਚਾਹੀਦਾ, ਤਾਂ ਹੀ ਲੋਕਾਂ ਦਾ ਸਰਕਾਰ ਦੇ ਵਿੱਚ ਤੇ ਇਸ ਪੁਲਿਸ ਫੋਰਸ ਦੇ ਕਾਨੂੰਨ ਦੇ ਵਿੱਚ ਕੋਈ ਭਰੋਸਾ ਬਣੂਗਾ। ਦੂਜੀ ਗੱਲ ਤੁਸੀਂ ਕਹਿ ਰਹੇ ਆ ਕਿ ਅਜਨਾਲੇ ਦੇ ਵਿੱਚ ਇਸ ਗੱਲ ਦੀ ਤੇ ਬਹੁਤ ਲੋਕਾਂ ਨੇ ਭਰਸਨਾ ਕੀਤੀ ਹੈਗੀ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੀ ਲਿਜਾਣਾ ਚਾਹੀਦਾ। ਪੁਲਿਸ ਵਾਲਿਆਂ ਨੇ ਸਾਹਮਣੇ ਉਦੋਂ ਕਿਹਾ, ਕਹਿੰਦੇ ਜੀ ਅਸੀਂ ਤੇ ਇਹਦੇ ਕਰਕੇ ਅਸੀਂ ਤੇ ਸਿਰ ਕਟਾ ਸਕਦੇ, ਪਰ ਅਸੀਂ ਹੱਥ ਨਹੀਂ ਉਠਾ ਸਕਦੇ, ਕੋਈ ਫੋਰਸ ਨਹੀਂ ਇਸਤੇਮਾਲ ਕਰ ਸਕਦੇ। ਇਸ ਗੱਲ ਦੀ ਅੰਮ੍ਰਿਤਪਾਲ ਦੀ ਬਹੁਤ ਭਰਸਨਾ ਹੋਈ, ਉਹਦੇ ਕੋਲ ਕੋਈ ਜਵਾਬ ਨਹੀਂ। ਮੈਨੂੰ ਤੇ SGPC ਤੇ ਵੀ ਇਸ ਗੱਲ ਤੇ ਥੋੜ੍ਹੀ ਜਿਹੀ ਮਤਲਬ ਦੁੱਖ ਹੁੰਦਾ ਆ ਕਿ ਤੁਸੀਂ ਉੱਥੇ ਅੰਮ੍ਰਿਤਪਾਲ ਨੂੰ ਬੁਲਾ ਕੇ ਗੱਲ ਕਰਕੇ ਤੇ ਇਸ ਗੱਲ ਲਈ ਜਵਾਬਦੇਹੀ ਤੈਅ ਕਰਨ ਲਈ, ਭਾਈ ਨੌਜਵਾਨਾਂ ਹਾਂ ਕੀ ਕੰਮ ਕੀਤਾ ਤੂੰ, ਇਹ ਗਲਤ ਕੰਮ ਆ, ਉਹਨੂੰ ਥੋੜ੍ਹਾ ਜਿਹਾ ਉਸ ਗੱਲ ਦੀ ਕਰਨ ਦੀ ਜਗ੍ਹਾ 15 ਦਿਨਾਂ ਦੇ ਅੰਦਰ ਅੰਦਰ ਇੱਕ ਕਮੇਟੀ ਜਿਹੜੀ ਆ ਉਹ ਉਹਦਾ ਇਸ ਬਾਰੇ ਲਿਖੂਗੀ ਕਿ ਗਾਂ ਤੋਂ ਤੁਸੀਂ ਉਹਦੇ ਉਸ ਕੇਸ ਬਾਰੇ ਨਹੀਂ, ਜਨਰਲੀ ਕਿ ਤੁਸੀਂ ਜਿੱਥੇ ਪ੍ਰੋਟੈਸਟਾਂ ਦੇ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਇਆ ਜਾ ਸਕਦਾ, ਨਹੀਂ ਲਿਜਾਇਆ ਸਕਦਾ, ਕੀ ਤੁਸੀਂ ਕਰਦੇ ਆ? ਤੁਹਾਡਾ ਇਹ ਫਰਜ਼ ਬਣਦਾ, ਸੰਸਥਾ ਦਾ ਫਰਜ਼ ਬਣਦਾ ਕਿ ਜੇ ਕੋਈ ਗਲਤ ਨੌਜਵਾਨ ਆਪਣੇ ਢੰਗ ਨਾਲ ਰਸਤੇ ਤੇ ਗਲਤ ਚਲਾ ਗਿਆ ਤਾਂ ਉਸ ਨੂੰ ਵਾਪਸ ਕਿਵੇਂ ਰਸਤੇ ਤੇ ਲੈ ਕੇ ਆਉਣਾ, ਉਹ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ। ਇੱਕ ਮੈਂ ਜ਼ਰੂਰ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ, ਸਿੱਖੀ ਉਹ ਨਹੀਂ ਹੈ ਜਿਹੜਾ ਕੋਈ ਬਾਣਾ ਪਹਿਨ ਕੇ ਹੀ ਸਾਰੀ ਗੱਲ ਕਹਿ ਦੇ ਉਹੀ ਸਿੱਖੀ ਹੋ ਜਾਂਦੀ ਹੈ। ਉਹ ਇੱਕ ਸਿੱਖ ਪ੍ਰੀਚਰ ਹੋ ਸਕਦਾ, ਸਿੱਖ ਦਾ ਧਾਰਨੀ ਹੋ ਸਕਦਾ, ਤੇ ਉਹ ਸਿੱਖੀ ਨੂੰ ਕੀ ਸਮਝਦਾ, ਉਹਦੇ ਵਿਚਾਰ ਹੋ ਸਕਦੇ ਆ। ਸਿੱਖੀ ਉਹੀ ਮੈਂ ਮੰਨਦਾ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੱਗ-ਅਲੱਗ ਭਗਤਾਂ ਦੀ ਬਾਣੀ, ਉਹਦੇ ਵਿੱਚ ਮੁਸਲਮ ਫਰੀਦ ਜੀ, ਉਹਦੇ ਵਿੱਚ ਕਬੀਰ ਜੀ, ਹੈ ਨਾ, ਉਹਦੇ ਵਿੱਚ ਗੁਰੂ ਰਵਿਦਾਸ ਜੀ, ਉਹਦੇ 'ਚ ਗੁਰੂ ਨਾਨਕ ਦੇਵ ਜੀ, ਉਹਦੇ 'ਚ ਕਿੰਨੀਆਂ ਭਗਤਾਂ ਦੀ ਅਤੇ ਸੂਫੀਆਂ ਦੀ ਬਾਣੀ ਸਾਰੀ ਹੈਗੀ ਆ। ਅਲੱਗ-ਅਲੱਗ ਮਜ਼ਹਬ ਹੈਗੇ ਆ, ਅਲੱਗ-ਅਲੱਗ ਜਾਤਾਂ ਦੇ ਲੋਕ ਹੈਗੇ ਆਪਾਂ, ਹਾਲਾਂਕਿ ਉਹਦੇ 'ਚ ਕੋਈ ਜਾਤ ਦਾ ਮੈਂਸ਼ਨ ਨਹੀਂ ਹੈ, ਮੈਂ ਗੱਲ ਕਰ ਰਿਹਾ। ਜਦ ਉਦੋਂ ਇਸ ਗੱਲ ਦਾ ਕੋਈ ਨਾ ਮਜ਼ਹਬਾਂ ਦਾ ਨਾ ਜਾਤਾਂ ਦਾ ਕੋਈ ਵਖਰੇਵਾਂ ਨਹੀਂ ਰੱਖਿਆ ਗਿਆ, ਸਗੋਂ ਉਹ ਸਾਰੀਆਂ ਦੀਵਾਰਾਂ ਨੂੰ ਢਾਹ ਕੇ ਇਨਸਾਨੀਅਤ ਦਾ ਜਿਹੜਾ ਸੁੰਦਰ ਚਿਹਰਾ ਜਿਵੇਂ ਰੱਬ ਨੇ ਸਾਨੂੰ ਬਣਾਇਆ ਉਹਨੂੰ ਅੱਗੇ ਲਿਆਉਣ ਦੀ ਉਹਦੇ 'ਚ ਗੱਲ ਕੀਤੀ ਗਈ। ਤੁਸੀਂ ਕਿਵੇਂ ਆ ਬਾਹਰੀ ਜੀ, ਇਹ ਅੰਦਰੀ ਜੀ, ਹੁਣ ਉਹ ਭਈਏ ਆ ਗਏ ਜੀ, ਇਹ ਭਾਸ਼ਾ ਸੀਗੀ ਉਹਦੀ ਕੋਈ ਚੰਗੀ ਗੱਲ? ਕਿਉਂ ਨਹੀਂ ਉਹਨੂੰ ਰੋਕਿਆ ਜਾਂਦਾ, ਟੋਕਿਆ ਜਾਂਦਾ ਇਸ ਗੱਲ ਦੇ ਉੱਤੇ ਕਿ ਅੰਦਰੀ ਬਾਹਰ ਦੀ ਕੀ ਹੁੰਦੇ ਆ? ਅਸੀਂ ਸਾਰੇ ਇਨਸਾਨ ਆ, ਸਾਰਾ ਦੇਸ਼, ਸਾਰੀ ਦੁਨੀਆ ਦੇ ਇਨਸਾਨ ਸਾਡੇ ਆਪਣੇ ਆ। ਕਿੱਥੇ ਸਿੱਖੀ ਕਹਿੰਦੀ ਆ ਕਿ ਉਹ ਤੁਹਾਡਾ ਦੁਸ਼ਮਣ ਆ ਤੇ ਆ ਤੁਹਾਡੇ ਆਪਣੇ ਆ? ਤੁਹਾਡੇ ਆਪਣੇ ਵੀ ਆਪਣੇ ਕਿੰਨੇ ਕੁ ਹੋਣਗੇ, ਅਤੇ ਦੁਸ਼ਮਣਾਂ ਨੂੰ ਜਿਹਨੂੰ ਤੁਸੀਂ ਦੁਸ਼ਮਣ ਕਹਿੰਦੇ ਆ ਉਹਦੇ 'ਚ ਬਹੁਤ ਬੰਦੇ ਤੁਹਾਡੇ ਨਾਲੋਂ ਵੀ ਜ਼ਿਆਦਾ ਸਿੱਖੀ ਨੂੰ ਮੰਨਦੇ ਹੋਣਗੇ। ਹੁਣ ਤਾਂ ਮੇਰੇ ਮੂੰਹ 'ਤੇ ਲਿਖਿਆ ਕਿ ਮੈਂ ਸਿੱਖੀ ਨੂੰ ਮੰਨਦਾ ਕਿ ਨਹੀਂ ਮੰਨਦਾ, ਤੁਸੀਂ ਤੁਹਾਡੇ ਕਿਹੜੇ ਲਿਖਿਆ ਕਿ ਤੁਸੀਂ ਨਹੀਂ ਮੰਨਦੇ ਕਿਉਂਕਿ ਤੁਸੀਂ ਦਸਤਾਰ ਨਹੀਂ ਸਜਾਈ ਦੇ? ਤੁਹਾਡਾ ਮੇਰੇ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਹੁਤ ਬੰਦੇ ਸਿੱਖਾਂ ਦੇ ਵਿੱਚ ਤੇ ਵੈਸੇ ਵੀ ਪਰਿਵਾਰਾਂ ਦੇ ਵਿੱਚ ਅੱਧੇ ਪੱਗ ਬੰਨ੍ਹਦੇ ਆ, ਕੇਸਾਧਾਰੀ ਹੈਗੇ ਆ, ਅੱਧੇ ਕਲੀਨ ਸ਼ੇਵਨ ਹੈਗੇ ਆ, ਕਿਉਂਕਿ ਸਾਡੇ ਗੁਰੂ ਬੇਦੀ ਸੀਗੇ, ਠੀਕ ਹੈ ਨਾ। ਅਤੇ ਉਹ ਜਿਹੜੇ ਗੁਰੂ ਜਿਸ
ਜਿਸ ਸੱਭਿਆਚਾਰ ਦੇ ਵਿੱਚੋਂ ਆਉਂਦੇ ਸੀ, ਜਿਸ ਜਮਾਤ ਵਿੱਚੋਂ ਆਉਂਦੇ ਸੀ, ਉਹ ਅੱਜ ਵੀ ਜਮਾਤ ਇਸੇ ਤਰ੍ਹਾਂ ਹੀ ਆ। ਕੁਛ ਉਹਨਾਂ 'ਚ ਸਿੱਖ ਗੁਰਦੁਆਰੇ ਜਾਂਦੇ ਆ, ਕੁਛ ਦੂਜੀ ਜਗ੍ਹਾ ਵੀ ਜਾ ਸਕਦੇ ਆ, ਬਹੁਤੇ ਹਿੰਦੂ ਵੀ ਗੁਰਦੁਆਰੇ ਜਾਂਦੇ ਆ। ਇੱਥੇ ਕੋਈ ਇਹੋ ਜਿਹਾ ਵਖਰੇਵਾ ਨਾ ਉਸ ਫਲਸਫੇ ਦੇ ਵਿੱਚ ਹੈ, ਨਾ ਲੋਕਾਂ ਦੇ ਜੀਵਨ 'ਚ ਹੈ। ਇਹ ਫਿਰ ਕੌਣ ਬੰਦੇ ਆ ਜਿਹੜੇ ਆ ਕੇ ਲੀਕ ਖਿੱਚ ਕੇ ਕੁਝ ਹੋਰ ਹੀ ਰਾਜਨੀਤੀ ਕਰਨਾ ਚਾਹੁੰਦੇ ਆ? ਇਸ ਗੱਲ ਤੇ ਵੀ ਸਾਨੂੰ ਲਗਾਤਾਰ ਬਹੁਤ ਖੇਦ ਤੇ ਇੱਕ ਇਤਰਾਜ਼ ਰਹਿੰਦਾ ਕਿ ਆਪਾਂ ਸਮਾਜ ਨੂੰ ਜੋੜਨ ਲਈ ਆਏ ਹਾਂ ਕਿ ਤੋੜਨ ਲਈ ਆਏ ਹਾਂ। ਅਸੀਂ ਇਨਸਾਨੀਅਤ ਨੂੰ, ਉਸ ਦੀ ਇੱਕ ਰੂਪ ਨੂੰ ਹੋਰ ਉਚੇਰਾ ਚੁੱਕਣ ਲਈ ਆਏ ਹਾਂ ਜਾਂ ਉਹ 'ਚ ਵੰਡਾਂ ਪਾ ਕੇ ਉਹਨੂੰ ਢਾਹ ਲਾਉਣ ਲਈ ਆਏ ਹਾਂ? ਗੱਲ ਸਹੀ ਹੈ ਜੀ ਤੁਹਾਡੀ, ਕਿਉਂਕਿ ਬਹੁਤ ਲੋਕਾਂ ਨੇ ਇਹ ਨਿੰਦਿਆ ਕੀਤੀ ਹੈ, ਕੁਝ ਯਾਨੀ ਲੀਡਰਾਂ ਨੇ ਵੀ ਇਹ ਗੱਲ ਆਖੀ ਹੈ ਕਿ ਕਿੱਥੇ ਜਿਹਦਾ ਸਿੱਖੀ ਸਰੂਪ ਹੁੰਦਾ ਹੈ ਉਹ ਕਦੇ ਵੀ ਪਿੱਛੇ ਨਹੀਂ ਹਟਦਾ, ਯਾਨੀ ਅਕਸਰ ਹੀ ਹਿੱਕ ਤਾਣ ਕੇ ਖੜਦਾ ਹੈ। ਕਈ ਲੋਕਾਂ ਨੇ ਨਿੰਦਿਆ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਭਗੌੜਾ ਹੋ ਗਿਆ, ਕਿਸ ਤਰੀਕੇ ਦੇ ਨਾਲ ਯਾਨੀ ਭੇਸ ਬਦਲ ਕੇ ਜਿੱਦਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ, ਇਹ ਵੀ ਤੁਸੀਂ ਭਲੀ ਭਾਂਤੀ ਜਾਣਦੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਾਸੇ ਸਿੱਖ ਹੋਣ ਦਾ ਯਾਨੀ ਜਤਾਰੇ ਨੇ ਕਿ ਹਿੱਕ ਤਾਣ ਕੇ ਖੜਨਾ, ਔਰ ਦੂਜੇ ਪਾਸੇ ਇਸ ਤਰੀਕੇ ਨਾਲ ਭੇਸ ਬਦਲ ਕੇ ਦੌੜਨਾ, ਕਿਆ ਇਹ ਚੰਗੀ ਗੱਲ ਹੈ? ਇਹਦੇ 'ਚ ਵੀ ਨਾ ਕਈ ਵਰਜ਼ਨ ਆ। ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਆਪਰੇਸ਼ਨ ਚੱਲ ਰਿਹਾ, ਉਹਦੇ 'ਚ ਕਈ ਸ਼ਕਤੀਆਂ, ਕੇਂਦਰ ਦੀਆਂ ਏਜੰਸੀਆਂ, NIA ਇੱਥੇ ਪਹੁੰਚੀ ਹੋਈ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹ ਸਾਡੀ ਪੰਜਾਬ ਪੁਲਿਸ 'ਤੇ ਭਾਰੂ ਹੋ ਰਹੀ ਹੈ। ਜੇ ਕੇਂਦਰ ਦੀਆਂ ਏਜੰਸੀਆਂ ਦੀ ਮਿਲੀ ਭੁਗਤ ਨਾ ਹੋਵੇ ਤਾਂ ਬੰਦਿਆਂ ਨੂੰ ਦਿਬਰੂਗੜ੍ਹ ਕਿਵੇਂ ਲੈ ਕੇ ਜਾਣਗੇ? ਇਹ ਸਾਡੀ ਪੁਲਿਸ ਦੀ ਵੀ ਨਾਕਾਮੀ ਆ, ਪੰਜਾਬ ਗੌਰਮੈਂਟ ਦੀ ਵੀ ਨਾਕਾਮੀ ਆ ਕਿ ਸਾਡੇ ਬੰਦੇ ਬਾਹਰ ਕਿਉਂ ਜਾਣਗੇ ਜੀ? ਪੰਜਾਬ ਦਾ ਮੁੱਦਾ ਆ, ਪੰਜਾਬ ਦੀ ਪੁਲਿਸ ਆ, ਪੰਜਾਬ ਦੇ ਆਟੋਨਮੀ ਹੈਗੀ ਆ। ਤੁਸੀਂ ਕਿਹਦੇ ਨਾਲ ਰਲ ਕੇ ਕੀ ਸਾਜ਼ਿਸ਼ਾਂ ਕਰਨੀਆਂ ਚਾਹੁੰਦੇ ਆ? ਕੀ ਸਬਕ ਸਿਖਾਉਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ? ਕੀ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਹੋਰ ਦੇਸ਼ ਦੇ ਜਨਤਾ ਨਾਲ ਜਾਂ ਦੇਸ਼ ਦੇ ਨਿਜ਼ਾਮ ਨਾਲੋਂ ਜਾਂ ਸਰਕਾਰਾਂ ਨਾਲੋਂ ਜਾਂ ਦੇਸ਼ ਦੇ ਸਿਸਟਮ ਨਾਲੋਂ ਅਲੱਗ ਕਰਨਾ ਜਾਂ ਉਹਨਾਂ ਦੇ ਨਾਲ ਜੋੜਨਾ? ਜੇ ਤਾਂ ਅਲੱਗ ਕਰਨਾ ਫਿਰ ਤਾਂ ਠੀਕ ਹੈ, ਕੁੱਟੋ ਮਾਰੋ, ਜੋ ਮਰਜ਼ੀ ਕਰੀ ਜਾਓ, ਜਿੱਥੇ ਮਰਜ਼ੀ ਕੋਈ ਲਾਈ ਜਾਓ, ਕਾਨੂੰਨ ਲਾਈ ਜਾਓ। ਇਹ ਆਪਣੀਆਂ ਗਲਤੀਆਂ ਨਹੀਂ ਮੰਨਦੇ। ਜਿਵੇਂ ਮੈਂ ਕਿਹਾ, ਜਦ ਸ਼ੁਰੂ 'ਚ ਇਹ ਕੁਛ ਵੀ ਨਹੀਂ ਸੀ ਇਸ ਤਰ੍ਹਾਂ ਦਾ ਭਾਰੀ, ਹੁਣ ਜੇ ਹੋ ਰਿਹਾ ਤਾਂ ਉਹ ਚੀਜ਼ ਨੂੰ ਕਰਨਾ ਚਾਹੀਦਾ ਸੀਗਾ, ਵੇਲੇ ਸਿਰ ਕਰਨਾ ਚਾਹੀਦਾ। ਵੇਲੇ ਸਿਰ ਨਹੀਂ ਕੀਤਾ ਤਾਂ ਹੁਣ ਇਹ ਗੱਲ ਇੰਨੀ ਵੱਧ ਕੇ ਇੱਥੇ ਤੱਕ ਆਈ ਹੈ। ਇਸ ਲਈ ਮੇਰਾ ਓਵਰਆਲ ਇਹਦੇ ਬਾਰੇ ਤੇ ਇਹੀ ਕਹਿਣਾ ਹੈਗਾ ਕਿ ਜੇ ਇਸ ਦਾ ਕੋਈ ਹੱਲ ਹੁਣ ਅਸੀਂ ਕੱਢਣਾ ਹੈ, ਉਹ ਇਸੇ 'ਚ ਹੀ ਹੈ ਕਿ ਅਜੇ ਵੀ ਜਿਹੜੀ ਤੁਸੀਂ ਕਹਿੰਦੇ ਆ ਨਾ ਕਿ ਭੱਜ ਕਿਉਂ ਰਹੇ ਆ ਸਿੱਖ ਜਿਹੜੇ ਇੰਝ ਹੁੰਦੇ ਆ, ਮੈਨੂੰ ਉਹਦੇ 'ਤੇ ਵੀ ਪੂਰਾ ਵਿਸ਼ਵਾਸ ਨਹੀਂ ਹੈ ਕਿ ਇਹ ਸਟੋਰੀਆਂ ਬਣਾਈਆਂ ਹੋਈਆਂ ਸਟੋਰੀਆਂ। ਉਹ 18 ਤਰੀਕ ਵਾਲਾ ਮੋਟਰਸਾਈਕਲ ਦਿਖਾ ਰਹੇ ਆ, ਉਹ ਫਲਾਨੀ ਜਗ੍ਹਾ ਆ, ਢਮਕਾਣੀ ਜਗ੍ਹਾ ਆ। ਪੁਲਿਸ ਵੀ ਇੱਕ ਪੂਰਾ, ਵੈਸੇ ਮੈਂ ਤੁਹਾਨੂੰ ਦੱਸ ਦਿਆਂ, ਮੈਨੂੰ ਮੈਂ ਤੁਹਾਡੀ ਗੱਲ ਥੋੜੀ ਸਮਝ ਰਿਹਾ, ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਅੰਮ੍ਰਿਤਪਾਲ ਦੇ ਡੈਡੀ ਨੇ ਕਿਹਾ ਸੀ ਕਿ ਹਾਲਾਂਕਿ ਸਰਕਾਰਾਂ ਨੇ ਉਹਨਾਂ ਨੂੰ ਫੜ ਲਿੱਤਾ ਹੈ ਪਰ ਉਹਨਾਂ ਨੂੰ ਐਨਕਾਊਂਟਰ ਦੇ ਵਿੱਚ ਮਾਰਨਗੇ, ਕਿ ਉਹਨਾਂ ਨੂੰ ਹਜੇ ਸ਼ੱਕ ਹੈ ਕਿ ਇਹਨਾਂ ਨੇ ਸਰਕਾਰਾਂ ਨੇ ਆਪ ਹੀ ਅੰਡਰਗਰਾਊਂਡ ਕੀਤਾ ਹੋਇਆ। ਕੀ ਇਹੀ ਕਹਿਣਾ ਚਾਹ ਰਹੇ ਹੋ? ਮੈਂ ਤੁਹਾਨੂੰ ਜੇ ਸੱਚੀ ਗੱਲ ਦੱਸਾਂ, ਮੈਨੂੰ ਅੱਜ ਵੀ ਕਿਤੇ ਉਹ ਇਨਪੁਟਸ ਆਏ ਆ, ਇਹ ਵੈਲ ਪਲੈਨਡ, ਵੈਲ ਆਰਕੈਸਟਰਡ ਸਾਰਾ ਕੁਝ ਚੱਲ ਰਿਹਾ। ਜਿਵੇਂ ਤੁਹਾਨੂੰ ਬਾਹਰੋਂ ਆ ਰਿਹਾ, ਉਹ ਤੇ ਜੀ ਭੱਜ ਗਿਆ ਜੀ, ਉਹ ਚਲਾ ਗਿਆ, ਉਹ ਇੰਝ ਹੋ ਗਿਆ, ਇੰਝ ਹੋ ਗਿਆ। ਹੁਣ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ 7 ਦਿਨਾਂ 'ਚ ਪੇਸ਼ ਕਰੋ, ਉਹਨਾਂ ਨੇ ਕਿਹਾ 4 ਦਿਨ ਦੇ ਅੰਦਰ ਅੰਦਰ ਮੈਨੂੰ ਰਿਪੋਰਟ ਕਰੋ ਕੀ ਕੁਝ ਹੈ, ਤੁਹਾਡੀ ਪ੍ਰੋਗਰੈਸ ਕੀ ਆ, ਔਰ 7 ਦਿਨਾਂ ਦੇ ਵਿੱਚ ਕੋਰਟ 'ਚ ਪੇਸ਼ ਹੋਣਾ ਚਾਹੀਦਾ। ਕਿੱਥੇ ਭੱਜ ਗਿਆ ਉਹ? ਜਾਂ ਫਿਰ ਇਹਨਾਂ ਦੇ ਰਿਜ਼ਾਈਨ ਲਓ, DGP ਰਿਜ਼ਾਈਨ ਕਰੇ। ਕਿਉਂਕਿ ਕਿਸੇ ਦੀ ਅਕਾਊਂਟੇਬਿਲਟੀ, ਕੋਈ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ, ਨਾ ਪਹਿਲਾਂ ਤੇ ਨਾ ਹੁਣ। ਇਹ ਨਹੀਂ ਕੰਮ ਚੱਲੂਗਾ। ਦੂਸਰਾ, ਜਿਹੜੀ ਇਹ ਸਟੋਰੀਆਂ ਸਰਕੂਲੇਟ ਹੋ ਰਹੀਆਂ ਵੀ ਐਉਂ ਆ, ਉਹ ਭੱਜ ਗਿਆ ਜਾਂ ਇੰਝ ਆ, ਇਹ ਭਜਾਇਆ ਗਿਆ ਜਾਂ ਉਹ ਭੱਜ ਗਿਆ ਜਾਂ ਉਹ ਫੜਿਆ ਹੋਇਆ ਜਾਂ ਛੱਡਿਆ ਹੋਇਆ ਜਾਂ ਉਹ ਮੋਟਰਸਾਈਕਲਾਂ 'ਤੇ ਆ ਜਾਂ ਕੱਪੜੇ ਬਦਲੇ ਆ, ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਅਜੇ ਗੱਲਾਂ ਸਮਝਦਾ। ਅਸਲੀਅਤ ਹੋ ਸਕਦਾ ਇਹਦੇ ਨਾਲੋਂ ਵੀ ਭਿਆਨਕ, ਅਤੇ ਇਹਦੇ ਨਾਲੋਂ ਵੀ ਕਿਤੇ ਬਿਲਕੁਲ ਹੀ ਜਿਹੜੀ ਸਾਡੇ ਅਜੇ ਮਾਈਂਡ ਉੱਥੇ ਪਹੁੰਚ ਨਹੀਂ ਰਿਹਾ ਉਹੋ ਜਿਹੀ ਹੋਵੇ। ਇੱਕ ਗੱਲ ਮੈਂ ਜ਼ਰੂਰ ਕਹਿ ਦਿੰਦਾ ਕਿ ਸਾਨੂੰ ਅਜੇ ਵੀ ਬਹੁਤ ਇੱਕ ਖਤਰਾ ਬਣਿਆ ਹੋਇਆ ਕਿ ਉਸ ਨੂੰ ਐਲੀਮੀਨੇਟ ਨਾ ਕੀਤਾ ਨਾ ਜਾਏ। ਕਿਤੇ ਇਹ ਖਤਰਾ ਬਣਿਆ ਹੋਇਆ, ਇਹ ਸ਼ੱਕ ਵੀ ਹੈਗਾ, ਮੇਰਾ ਆਪਣਾ ਵੀ ਸ਼ੱਕ ਹੈਗਾ, ਮੈਂ ਤੁਹਾਨੂੰ ਸਾਫ਼ ਕਹਿਣਾ। ਉਹ ਇਸ ਢੰਗ ਨਾਲ ਪਲਾਨ ਕੀਤਾ ਜਾਊਗਾ ਕਿ ਸਾਨੂੰ ਲੱਗੂਗਾ ਕਿ ਬਿਲਕੁਲ ਜੈਨੂਅਨ ਹੀ ਇੰਜ ਹੋਇਆ। ਕਿਉਂਕਿ ਜਦੋਂ ਹੁਣ ਭੱਜਾ ਜਾਂਦਾ ਰੋਜ਼ ਕਹਿੰਦੇ ਆ ਨਾ, ਅਤੇ ਇੱਕ ਦਿਨ ਕਹਿ ਦੇਣਗੇ ਉਹ ਭੱਜਾ ਹੀ ਜਾਂਦਾ ਸੀ, ਸਾਡੇ 'ਤੇ ਉਹਨੇ ਗੋਲੀਆਂ ਚਲਾਤੀਆਂ, ਆਹ 2 ਪੁਲਿਸ ਵਾਲੇ ਸਾਡੇ ਠੋਕ 'ਤੇ, ਇਹਦੇ ਆਹ ਦੇਖੋ ਜੀ ਇੱਥੇ ਗੋਲੀ ਲੱਗੀ, ਇਹਦੇ ਆਹ ਲੱਤ 'ਚ ਗੋਲੀ ਲੱਗੀ, ਆਹ ਇੱਕ ਡਿੱਗਿਆ ਫਿਰਦਾ, ਇਹ ਮਰਨੋਂ ਬਚਿਆ, ਉਹ ਹੁਣ ਢੇਰੀ ਹੋ ਗਿਆ। ਅਤੇ ਕੀ ਕਰ, ਇਸ ਤਰ੍ਹਾਂ ਹੀ ਐਨਕਾਊਂਟਰ ਪਹਿਲਾਂ ਕਿੰਨੇ ਹੋਏ ਆ। ਇਸ ਕਰਕੇ ਜੇ ਇਹ ਬੇਕਰਤੂਤੀ ਹੁੰਦੀ ਆ ਅਤੇ ਇਹ ਇੱਕ ਸਾਡੇ ਵਾਲੇ ਹੋਣ ਵਾਲੀ ਪੰਜਾਬ ਦੀ ਸਰਕਾਰ 'ਤੇ ਪੰਜਾਬ ਦੀ ਪੁਲਿਸ 'ਤੇ ਇੱਕ ਕਬਰ ਪੁੱਟਣ ਵਾਲੀ ਗੱਲ ਹੋਊਗੀ। ਉਦੋਂ ਘਾਟੇ ਨਹੀਂ ਹੋਊਗਾ। ਇਹ ਬਹੁਤ ਅਫਸੋਸ ਵਾਲੀ ਗੱਲ ਹੋਊਗੀ ਕਿ ਬੰਦਿਆਂ ਨੂੰ ਰਾਹ 'ਤੇ ਲਿਆਉਣ ਦੀ ਜਗ੍ਹਾ ਬਿਲਕੁਲ ਖਤਮ ਹੀ ਕਰ ਦੇਣਾ, ਇਹ ਅਤੀ ਪਾਪ ਤੇ ਹੈ ਹੀ ਹੈ, ਗੈਰ ਕਾਨੂੰਨੀ ਗੱਲ ਵੀ ਹੈ।
ਗੱਲ ਸਹੀ ਹੈ ਪ੍ਰੋਫੈਸਰ ਸਾਹਿਬ, ਜਿੱਦਾਂ ਕਿ ਗੱਲ ਕਰੀਏ ਕਿ ਹਜੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਕੁਝ ਡਰ ਹੈਗਾ ਹੈ ਕਿ ਕਿਤੇ ਪੰਜਾਬ ਦੇ ਹਾਲਾਤ 84 ਦੇ ਨਾ ਬਣ ਜਾਣ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਸਾਰੇ ਪਾਸੇ ਆਰਮੀ ਲੱਗੀ ਹੋਈ ਹੈ, ਪ੍ਰਸ਼ਾਸਨ ਲੱਗਿਆ ਹੋਇਆ। ਹਾਲਾਂਕਿ ਪ੍ਰਸ਼ਾਸਨ ਇਹ ਕਹਿ ਵੀ ਰਿਹਾ ਹੈ ਕਿ ਕੋਈ ਕੁਝ ਨਹੀਂ ਹੈ, ਕਿ ਸਭ ਠੀਕ ਹੋ ਜਾਏਗਾ ਔਰ ਜਿਹੜਾ ਵੀ ਪੋਜੀਸ਼ਨ ਹੈ ਉਹ ਸਭ ਅੰਡਰ ਕੰਟਰੋਲ ਹੈ। ਪਰ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹਿੱਕਾਂ ਤਾਣ ਕੇ ਭਾਈ ਅੰਮ੍ਰਿਤਪਾਲ ਨੇ ਕਿਹਾ ਸੀ, ਹਾਲਾਂਕਿ ਸਾਨੂੰ ਵੀ ਪਤਾ ਹੀ, ਆਪਾਂ ਨੂੰ ਵੀ ਪਤਾ ਹੈ ਕਿ ਸ਼ਾਇਦ ਇਹ ਸਾਰੀ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ, ਜਿੱਦਾਂ ਤੁਸੀਂ ਗੱਲ ਕਹੀ ਹੈ। ਤੁਹਾਨੂੰ ਕੀ ਲੱਗਦਾ ਲੋਕਾਂ ਨੂੰ, ਯਾਨੀ ਲੋਕਾਂ ਦਾ ਡਰ ਜਾਇਜ਼ ਹੈ, ਜਿੱਦਾਂ ਕਿ ਕੋਈ ਹਾਦਸਾ ਨਾ ਵਾਪਰ ਜੇ ਆਉਣ ਵਾਲੇ ਸਮੇਂ 'ਚ? ਨਾ ਬਿਲਕੁਲ ਜਾਇਜ਼ ਹੈ, ਮੈਂ ਤਾਂ ਖੁਦ ਕਹਿ ਰਿਹਾ ਤੁਹਾਨੂੰ ਜਾਇਜ਼ ਹੈਗਾ। ਔਰ ਇੰਝ ਕਹਿ ਲਓ ਕਿ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ ਕਿ ਵੀ ਆਰ ਕੀਪਿੰਗ ਆਵਰ ਫਿੰਗਰਸ ਕ੍ਰੋਸਡ। ਸਾਨੂੰ ਇਸ ਗੱਲ ਦੀ ਬੜੀ ਛਛੋ-ਪੰਜ ਦੇ ਵਿੱਚ ਅਸੀਂ ਹੈ ਆ ਕਿ ਬਣੂਗਾ ਕੀ, ਕਿਉਂਕਿ ਇੰਨੀ ਖਿੱਲੀ ਆਪਣੀ ਅਡਾਈ ਆ ਪੁਲਿਸ ਨੇ। ਕੱਲ੍ਹ ਤੇ ਮੈਂ ਤਾਂ ਨਹੀਂ ਕਿਹਾ, ਜਸਟਿਸ ਸੇਖਾਵਤ ਨੇ ਜੋ ਕਿਹਾ ਉਹ ਤਾਂ ਉਹਨਾਂ ਦਾ ਇੱਕ ਅਫੀਸ਼ੀਅਲ ਵਰਜ਼ਨ ਹੈਗਾ ਨਾ, ਜਿਹੜਾ ਸਾਰੇ ਮੀਡੀਆ ਨੇ ਚੱਕਿਆ ਅੱਜ। ਅਤੇ ਇਸ ਲਈ ਜੇ ਉਹ ਉਹਨਾਂ ਦੇ ਸਾਹਮਣੇ ਉਹਨਾਂ ਨੇ ਝਾੜ ਝੰਬ ਕਰਕੇ ਦੱਸਿਆ ਕਿ ਤੁਸੀਂ ਬਹੁਤ ਨਿਕੰਮਾਪਣ, ਆਲਸਪਣ ਅਤੇ ਗੈਰ ਤਨਜ਼ੀਮੀ ਵਾਲਾ ਆਪਣਾ ਕੰਮ ਦੱਸਿਆ, ਤੁਹਾਡੀ ਕੋਈ ਪਲੈਨਿੰਗ ਨਹੀਂ, ਇੰਟੈਲੀਜੈਂਸ ਕਾਹਦੇ ਲਈ ਰੱਖੀ ਆ, ਹੋਰ ਸਾਰਾ ਤੁਹਾਡੇ ਕੋਲ ਸਿਸਟਮ ਕਾਹਦੇ ਲਈ ਰੱਖਿਆ ਹੈ, ਇਹ ਰੋਟੀਆਂ ਪਾੜਨ ਲਈ ਰੱਖਿਆ ਆ। ਅਤੇ ਜਦੋਂ ਉਹਨਾਂ ਨੇ ਇਸ ਗੱਲ ਦਾ ਕਿਹਾ, ਤਾਂ ਮੇਰਾ ਖਿਆਲ ਹੈ ਕਿ ਇਸ ਗੱਲ ਨੂੰ ਸੀਰੀਅਸਲੀ ਲੈਣਾ ਚਾਹੀਦਾ। ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਹੋ ਜਿਹੀ ਕੋਈ ਗੱਲ ਹੋਰ ਉੱਠਦੀ ਆ, ਉਹਨੂੰ ਬਹੁਤ ਅੱਗੇ ਵਧਣ ਤੋਂ ਬਾਅਦ ਮੁੜ ਕੇ ਕੰਟਰੋਲ ਦੀ ਕਰਨਾ, ਉਹਦੇ 'ਚ ਬਹੁਤ ਨੁਕਸਾਨ ਅਸੀਂ ਆਪਣਾ ਵੀ ਕਰਦੇ ਹਾਂ, ਤੁਹਾਡੇ ਮੀਡੀਆ ਦੇ ਟਾਈਮ ਦਾ ਵੀ ਕਰਦੇ ਹਾਂ, ਅਤੇ ਨੌਜਵਾਨਾਂ ਦਾ ਵੀ ਕਰਦੇ ਹਾਂ। ਉਹ 'ਚੋਂ ਨਿਕਲਦਾ ਕੁਛ ਨਹੀਂ। ਜਿਹੜੀ ਗੱਲ ਮੈਂ ਫਿਰ ਇੱਕ ਵਾਰੀ ਐਮਫੇਸਾਈਜ਼ ਕਰਦਾ ਕਿ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ, ਤੁਸੀਂ ਭਾਵੇਂ ਇਹਨੂੰ ਚੇਤਾਵਨੀ ਸਮਝੋ, ਭਾਵੇਂ ਸਲਾਹ ਸਮਝੋ, ਕਿ ਜੇ ਇਹਨਾਂ ਨੇ ਕੋਈ ਇਹੋ ਜਿਹਾ ਪੁੱਠਾ ਕੰਮ, ਭਾਵੇਂ ਉਹ ਜੈਨੂਅਨ ਵੀ ਹੋਵੇ, ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ, ਤੁਸੀਂ ਕਰਨ ਬਾਰੇ ਕਦੀ ਸੋਚਣਾ ਨਹੀਂ। ਇਹਦੇ ਅੰਦਰ ਸਾਡੀਆਂ ਕੇਂਦਰ ਅਤੇ ਪੰਜਾਬ ਦੇ ਅੰਦਰ ਅਤੇ ਕਈ ਵਾਰੀ ਫਿਰਕਿਆਂ ਦੇ ਅੰਦਰ ਵੀ ਲੀਕਾਂ ਹੋਰ ਡੂੰਘੀਆਂ ਖਿੱਚੀਆਂ ਜਾ ਸਕਦੀਆਂ। ਇਹ ਕੰਮ ਨਹੀਂ ਕਰਨਾ ਚਾਹੀਦਾ। ਪ੍ਰੋਫੈਸਰ ਸਾਹਿਬ, ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਥੋੜ੍ਹਾ ਜਿਹਾ ਸਮਾਂ ਹੋਰ ਲੈਵਾਂਗੇ, 2 ਮਿੰਟ। ਗੱਲ ਕਰ ਲਈਏ ਹੁਣ ਲਾਰੈਂਸ ਬਿਸ਼ਨੋਈ ਦੀ। ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਉਹਨਾਂ ਦਾ ਇੰਟਰਵਿਊ ਹੋਇਆ, ਹਾਲਾਂਕਿ ਪ੍ਰਸ਼ਾਸਨ ਤੇ ਬੜੀ ਉਂਗਲੀਆਂ ਉੱਠ ਰਹੀਆਂ ਨੇ, ਵਿਰੋਧੀ ਪਾਰਟੀਆਂ ਨੇ ਸੀਐਮ ਭਗਵੰਤ ਮਾਨ ਜੀ ਦਾ ਅਸਤੀਫਾ ਵੀ ਮੰਗਿਆ। ਕੀ ਕਮੀਆਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀਆਂ ਕਿ ਅੱਜ ਸ਼ਰੇਆਮ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋ ਰਹੇ ਨੇ? ਉਹ ਕੋਈ ਗੱਲ ਨਹੀਂ ਹੈ, ਸਾਰਾ ਕੁਝ ਗਿਣਿਆ ਮਿਥਿਆ ਅਤੇ ਸਾਡਾ ਬੇਵਕੂਫ ਬਣਾਉਣ ਲਈ ਹੋ ਰਿਹਾ ਕਿ ਲਾਰੈਂਸ ਬਿਸ਼ਨੋਈ ਨਾ ਹੋ ਗਿਆ, ਕਿਤੇ ਉਹ ਇੰਟਰਨੈਸ਼ਨਲ ਕੋਈ ਉਹ ਬੰਦਾ ਹੋ ਗਿਆ। ਸਾਰੇ ਮੈਂ ਗਿਣੀਆਂ ਮਿਥੀਆਂ ਬੰਦੇ ਫਿੱਟ ਹੋਏ ਆ, ਥਾਪੜੇ ਹੈਗੇ ਆ, ਕਿਸੇ ਨੂੰ ਪੋਲੀਟੀਸ਼ੀਅਨਾਂ ਦੇ ਆ ਗਿਆ, ਕਿਸੇ ਨੂੰ ਏਜੰਸੀਆਂ ਦੇ ਆ ਗਿਆ, ਕਿਸੇ ਨੂੰ ਹੋਰ ਵੱਡੇ ਪ੍ਰਭਾਵੀ ਬੰਦਿਆਂ ਦੇ। ਤੁਸੀਂ ਕਿਸੇ ਦੇ ਮਾੜੀ ਜਿਹੀ ਚਪੇੜ ਮਾਰ ਕੇ ਦੱਸੋ ਤਾਂ ਸ਼ਾਮ ਤੱਕ ਨਾ ਤੁਹਾਨੂੰ ਪੁਲਿਸ ਦੇ ਖਿੱਚ ਦੇਣਗੇ। ਇਹ ਬੰਦੇ ਗੋਲੀਆਂ ਮਾਰਦੇ ਆ, ਰੋਜ਼ ਕਹਿੰਦੇ ਆ, ਬੁੱਕਦੇ ਫਿਰਦੇ ਆ, ਦੰਦ ਲਾਉਂਦੇ ਫਿਰਦੇ, ਅਸੀਂ ਉਹਨੂੰ ਚੱਕ ਦਿਆਂਗੇ, ਉਹਨੂੰ ਕਰ ਦਿਆਂਗੇ, ਪੁਲਿਸ ਆਪਣਾ ਦੇਖ ਲੈ ਜੇ ਸਾਡਾ ਬੰਦਾ। ਪੂਰੀ ਪੰਜਾਬ ਦੀ ਪੁਲਿਸ ਨੂੰ ਚੁਣੌਤੀ ਦੇ ਰਹੇ ਆ। ਉਦੋਂ ਜਦੋਂ ਮੁੰਡਾ ਟੀਨੂ ਭੱਜਿਆ ਆਇਆ ਸੀ, ਖਬਰਦਾਰ ਜੇ ਸਾਡੇ ਬੰਦੇ ਨੂੰ ਕੁਝ ਵੀ ਵਾਲ ਵਿੰਗਾ ਹੋ ਗਿਆ, ਤਾਂ ਮੈਂ ਕਿਹਾ ਫਿਰ ਉਹਦੇ ਨਾਲ ਪੁਲਿਸ ਗਾਰਡ ਦੇ ਨਾਲ ਭੇਜਣਾ ਸੀ, ਉਹਨੂੰ ਪ੍ਰੋਟੈਕਸ਼ਨ ਦੇ ਕੇ ਰਾਜਸਥਾਨ ਵੱਲ। ਜਾਣੀ ਹਾਲਤ ਤੇ ਪੁਲਿਸ ਦੀ ਤਰਸਯੋਗ ਇੰਨੀ ਬਣੀ ਹੋਈਆਂ ਨਾ, ਨਾਲ ਰਲੇ ਹੋਏ ਆ। ਤੇ ਤੁਸੀਂ ਨਹੀਂ ਦੇਖਦੇ ਕਿ ਨਾਲ ਰਲੇ ਹੋਏ ਆ ਉਹਨਾਂ ਦੇ? ਨਹੀਂ ਦੇਖੋ ਜੀ, ਅਸੀਂ ਤਾਂ ਮੀਡੀਆ 'ਤੇ ਸਭ ਦੀ ਇਹ ਗੱਲਾਂ ਕਰਨੀਆਂ ਨੇ। ਜਿਸ ਤਰੀਕੇ ਦੇ ਨਾਲ ਇੰਟਰਵਿਊ ਹੋਇਆ, ਕਿੱਦਾਂ ਯਾਨੀ ਸਾਫ਼ ਫੁਟੇਜ ਸੀ, ਨਾ ਕੋਈ ਇੱਦਾਂ ਦਾ ਉਹ ਸੀ, ਯਾਨੀ ਜਿੱਦਾਂ ਲੱਗਿਆ ਕਿ ਜਿੱਦਾਂ ਸੈਟਅਪ ਪੂਰਾ ਲੱਗਿਆ ਹੋਵੇ, ਯਾਨੀ ਪੂਰੀ ਸੋਚੀ ਸਮਝੀ ਸਾਜ਼ਿਸ਼ ਸੀ, ਤੁਸੀਂ ਕਹਿ ਰਹੇ ਹੋ? ਸਾਜ਼ਿਸ਼ ਨਹੀਂ, ਇਹ ਸਾਰਾ ਗਿਣਿਆ ਮਿਥਿਆ ਡਰਾਮਾ ਚੱਲ ਰਿਹਾ। ਮੈਂ ਇਹ ਕਹਿੰਦਾ ਲਾਰੈਂਸ ਬਿਸ਼ਨੋਈ ਆਪਣੇ ਆਪ 'ਚ ਕੁਛ ਵੀ ਨਹੀਂ ਹੈ। ਉਹਦੀਆਂ ਜਿਹੜੇ ਪਿੱਛੇ ਸ਼ਕਤੀਆਂ ਹੈਗੀਆਂ, ਉਹੀ ਲਾਰੈਂਸ ਬਿਸ਼ਨੋਈ ਰਾਹੀਂ ਸਾਡੇ ਸਾਹਮਣੇ ਪ੍ਰਗਟ ਹੁੰਦੀਆਂ, ਤਾਂ ਹੀ ਇਹ ਸਾਰਾ ਕੁਝ ਹੁੰਦਾ। 2 ਫੋਨ ਵੀ ਮਿਲ ਗਏ ਬਠਿੰਡੇ 'ਚੋਂ ਇਹਨੇ, ਜਾਣੀ ਇਹ DGP ਯਾਦਵ, ਉਦੋਂ ਤੁਸੀਂ ਦੇਖਿਆ ਜਿਹੜੀ ਇੰਟਰਵਿਊ ਦਿੱਤੀ ਆ, ਹੱਸ ਕੇ ਇੰਟਰਵਿਊ ਦੇ ਰਹੇ, ਨਹੀਂ ਪੰਜਾਬ 'ਚ ਕੁਝ ਨਹੀਂ। ਹਾਂ ਜੀ, ਮੈਂ ਤਾਂ ਤੁਹਾਨੂੰ ਦੱਸਤਾ ਜੀ, ਪੰਜਾਬ ਤੋਂ ਵਿੱਚੋਂ ਜੇਲ੍ਹ ਚੁੱਕਤੇ ਹੋਏ ਇੰਟਰਵਿਊ ਨਹੀਂ ਹੈ। ਅਗਲੇ ਦਿਨ ਹੀ ਫਿਰ ਨਵੀਂ ਇੰਟਰਵਿਊ ਆ ਗਈ। ਇਹਨੂੰ ਰਿਜ਼ਾਈਨ ਕਰਨਾ ਚਾਹੀਦਾ। ਕੋਈ ਵੀ ਹੋਰ ਅਫਸਰ ਜਿਹੜਾ ਵੈਸਟ ਦੇ ਵਿੱਚ ਹੁੰਦਾ, ਉਸੇ ਵੇਲੇ ਰੈਜ਼ਿਗਨੇਸ਼ਨ ਲਿਖ ਕੇ ਦਿੰਦਾ। ਯਾਨੀ ਸਰਕਾਰਾਂ, ਯਾਨੀ ਪ੍ਰਸ਼ਾਸਨ ਆਪਣਾ ਪੱਲਾ ਝਾੜ ਰਹੀਆਂ ਨੇ, ਜਿੱਦਾਂ ਤੁਸੀਂ ਗੱਲ ਖਿੱਲੀ ਅਡਵਾਰੀਆਂ ਕੀ ਬੰਦੇ ਦੇ ਪੱਲੇ ਰਹਿੰਦਾ? ਬੰਦਾ ਅੱਜ ਕਹਿ ਕੇ ਗਿਆ ਹੋਵੇ DGP ਲੈਵਲ ਦਾ, ਇਹਦੋਂ ਵੱਡਾ ਤੇ ਅਫਸਰ ਕੋਈ ਨਹੀਂ ਹੈ। ਖੁਦ ਇੰਟਰਵਿਊ ਪਬਲਿਕਲੀ ਕਹਿ ਕੇ ਗਿਆ ਹੋਵੇ ਕਿ ਦੇਖੋ ਜੀ, ਉਹ ਤੇ ਇੰਟਰਵਿਊ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਹੋਈ, ਤੇ ਉਹ ਫਿਰ ਦੁਬਾਰਾ ਇੰਟਰਵਿਊ ਦੇ। ਔਰ ਜਿਹਦਾ ਸ਼ੱਕ ਹੈ ਕੋਈ ਇੱਥੇ ਦੀ ਹੀ ਇੰਟਰਵਿਊ, ਜੇ ਕਵੇ ਕਿ ਤੇ ਪੁਰਾਣੀ ਇੰਟਰਵਿਊ, ਉਹ ਕਹਿੰਦਾ ਤਾਜ਼ਾ ਦੇ ਦਿੰਦੇ ਆ। ਜਾਣੀ ਅੱਜ ਕਿਹਦਾ ਚੱਲ ਰਿਹਾ? ਪੁਲਿਸ ਦਾ ਚੱਲ ਰਿਹਾ ਕਿ ਲਾਰੈਂਸ ਬਿਸ਼ਨੋਈ ਵੱਡਾ ਹੈ ਕਿ DGP ਵੱਡਾ ਹੈ? ਇਹ ਤਾਂ ਇੰਪਰੈਸ਼ਨ ਜਾ ਰਿਹਾ ਉੱਧਰੋਂ। ਇਹ ਕੰਮ ਅੰਮ੍ਰਿਤਪਾਲ, ਮੈਨੂੰ ਇੰਝ ਲੱਗਦਾ ਆ ਕਿ ਓਵਰਆਲ ਸਾਡੇ ਸਿਸਟਮ ਇੰਨਾ ਸੜ ਗਿਆ ਅਤੇ ਗਲ ਗਿਆ ਆ, ਭਾਵੇਂ ਉਹ
ਬਿਊਰੋਕ੍ਰੇਸੀ ਦਾ ਆ ਭਾਵੇਂ ਪੁਲਿਸ ਦਾ ਆ, ਤੇ ਕੀਤਾ ਇਹਦੇ 'ਚ ਜਿਹੜਾ ਯੋਗਦਾਨ ਪਾਇਆ ਪੋਲੀਟੀਸ਼ੀਅਨਾਂ ਨੇ ਪਾਇਆ, ਤੇ ਇਹਨਾਂ ਨੇ ਨਾਲ ਹਲਵੇ ਮੰਡੇ ਸਾਂਝੇ ਖਾਣ ਲਈ ਉਹਨਾਂ ਦਾ ਸਹਾਰਾ ਬਣੇ। ਤੇ ਅੱਜ ਹਾਲਤ ਇਹ ਬਣੀ ਆ ਕਿ ਜਦੋਂ ਲੜਨ ਦਾ ਜਾਂ ਕੰਮ ਕਰਨ ਦਾ ਮੌਕਾ ਆਉਂਦਾ, ਲੱਤਾਂ ਵੀ ਕੰਬਦੀਆਂ ਤੇ ਹੱਥ ਵੀ ਕੰਬਦੇ ਆ। ਹਾਲਾਤ ਜ਼ਿਆਦਾ ਖਸਤਾ ਹੈ ਸਾਡੇ ਸਟੇਟ ਦੀ ਸਿਸਟਮ ਦੀ, ਇਸੇ ਕਰਕੇ ਕੱਲ੍ਹ ਡਾਂਟ ਪਈ ਹੈ ਔਰ ਹੋਰ ਪੈਣੀ ਆ। ਤੁਸੀਂ ਦੇਖਿਓ, ਕਿਉਂਕਿ ਕੰਮ ਕਰਨ ਦੀ ਆਦਤ ਹੀ ਨਹੀਂ ਰਹੀ, ਵਿਹਲੀਆਂ ਖਾਣ ਦੀ ਆਦਤ ਪੈ ਗਈ ਹੈ। ਤੇ ਇਸ ਲਈ ਇਸ ਮੋਡ 'ਚੋਂ ਬਾਹਰ ਆ ਕੇ ਜੇ ਤੁਸੀਂ ਸੂਬੇ ਦਾ ਇੰਨਾ ਜ਼ਿਆਦਾ ਪੈਸਾ ਆਪਣੀਆਂ ਜੇਬਾਂ ਤਨਖਾਹਾਂ 'ਚ ਤੁਹਾਨੂੰ ਹਰ ਸੁੱਖ ਸੁਵਿਧਾ, ਗੱਡੀਆਂ, ਪੈਰਾਫਰਨੇਲੀਆ, ਪ੍ਰੋਟੈਕਸ਼ਨ, ਬੰਦੂਕਾਂ, ਘਰ ਸਾਰਾ ਕੁਝ ਮਿਲ ਰਿਹਾ, ਤੇ ਫਿਰ ਕੰਮ ਕਿਉਂ ਨਾ ਕਰੋ ਬਈ? ਕੀ ਗੱਲ ਬਾਕੀ ਦੇ ਜਿਹੜੇ ਆ ਉਹ ਕੋਈ ਪਾਪ ਕਰਕੇ ਆਏ ਹੋਏ ਆ? ਇਹ ਸਿਸਟਮ ਨੂੰ ਇਹਨਾਂ ਨੂੰ ਸੁਧਾਰਨਾ ਪਊਗਾ। ਲਾਰੈਂਸ ਬਿਸ਼ਨੋਈ ਜਿਹੜਾ ਤੁਹਾਡਾ ਸਵਾਲ ਆ, ਉਹ ਆਪਣੇ ਆਪ 'ਚ ਕੁਛ ਨਹੀਂ ਹੈ। ਉਹਦੀਆਂ ਪਿਛਲੀਆਂ ਸ਼ਕਤੀਆਂ ਜਿਹੜੀਆਂ ਉਹਨੂੰ ਐਨ ਸ਼ੈਲਟਰ ਦੇ ਕੇ ਰੱਖੀ ਹੈ, ਤੇ ਤਾਂ ਹੀ ਉਹ ਜੁਰਤ ਕਰਕੇ ਐਨ ਬੁਲੰਦੀ ਦੇ ਵਿੱਚ ਬੋਲਦਾ ਕਿ ਉਹਨੂੰ ਪਤਾ ਕਿ ਮੇਰਾ ਇਹ ਕੋਈ ਵਾਲ ਵਿੰਗਾ ਨਹੀਂ ਕਰ ਸਕਦੇ। ਪ੍ਰੋਫੈਸਰ ਸਾਹਿਬ, ਲਾਸਟ ਸਵਾਲ ਲਵਾਂਗੇ। ਜਿੱਦਾਂ ਦੇ ਹਾਲਾਤ ਚੱਲ ਰਹੇ ਨੇ, ਯਾਨੀ ਕਿੱਦਾਂ ਦਾ ਲੱਗਦਾ ਹੈ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਵੇਗਾ? ਥੋੜਾ ਆਪਣੇ ਤਜਰਬੇ ਨਾਲ ਤੁਸੀਂ ਦੱਸ ਦਿਓ ਸਾਨੂੰ। ਆਉਣ ਵਾਲੇ ਸਮੇਂ 'ਚ ਕੀ ਅੱਜ ਹੀ ਦੇਖ ਲਓ ਕਿਹੋ ਜਿਹਾ ਇੱਥੇ ਬਣ ਗਈਆਂ ਮਿਸਲਾਂ। ਇੱਕ ਹੈਗੀ ਆ ਕਿਸਾਨਾਂ ਦੀ ਮਿਸਲ, ਇੱਕ ਹੈਗੀ ਹੈ ਗੈਂਗਸਟਰਾਂ ਦੀ ਮਿਸਲ, ਇੱਕ ਆ ਮਿਸਲ ਆ ਜਿਹੜੀ ਹੁਣ ਲੜ ਰਹੀ ਹੈ ਅੰਮ੍ਰਿਤਪਾਲ ਦੀ ਮਿਸਲ। ਇੱਥੇ ਅਲੱਗ-ਅਲੱਗ ਮਿਸਲਾਂ ਬਣ ਗਈਆਂ ਔਰ ਉਹਨਾਂ ਕੋਲ ਆਪਣੀ ਕਿਸਮ ਦੀ ਰਾਜਨੀਤਿਕ ਸ਼ਕਤੀ ਹੈਗੀ। ਉਹ ਜਿੱਦਣ ਮਰਜ਼ੀ ਝੰਡਾ ਗੱਡ ਦੇਣ, ਜਿੱਦਣ ਮਰਜ਼ੀ ਆਪਣਾ ਕਿੱਲਾ ਗੱਡ ਦੇਣ, ਕੋਈ ਹਿਲਾ ਨਹੀਂ ਸਕਦਾ। ਇਸ ਵੇਲੇ ਪੁਲਿਸ ਤੇ ਇੰਝ ਹੈ ਕਿ ਜਿਵੇਂ ਕਿਸ ਤਰ੍ਹਾਂ ਬੇਬੀ ਸਿਟਿੰਗ, ਵੀ ਦੇਖ ਲਿਓ ਕਿਸੇ ਨੂੰ ਸੱਟ ਤਾਂ ਨਹੀਂ ਲੱਗੀ, ਉੱਥੇ ਦੇਖ ਲਿਓ ਕਿਸੇ ਦਾ ਲੰਗਰ ਪਾਣੀ ਤਾਂ ਨਹੀਂ, ਮਜਾਰੇ ਵਾਲੇ ਦਾ ਘਟ ਗਿਆ, ਉਹ ਜਾ ਕੇ ਚਾਰ ਜਿਹੜੀਆਂ ਉੱਥੇ ਲੰਗਰ ਪਹੁੰਚਾ ਦਿਓ। ਇਹੋ ਜਿਹੀਆਂ ਗੱਲਾਂ ਲੱਗਦਾ ਕਿ ਪੁਲਿਸ ਦਾ ਇਹ ਰਹਿ ਗਿਆ। ਪੁਲਿਸ ਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਮਜਾਰੇ ਨਹੀਂ ਹੋਣੇ ਚਾਹੀਦੇ, ਲੋਕਾਂ ਦੀ ਸ਼ਕਤੀ ਨਹੀਂ ਹੋਣੀ ਚਾਹੀਦੀ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਦੇਖੋ, ਜਿਹੜੀ ਸਟੇਟ ਦੀ ਇੱਕ ਆਪਣੀ ਪਾਵਰ ਹੁੰਦੀ ਹੈ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਾਂਗੇ, ਉਹ ਲੋਕਾਂ ਦਾ ਭਰੋਸਾ ਇਹਨਾਂ 'ਚ ਨਹੀਂ ਹੈ। ਹੁਣ ਜਿਹਦਾ ਜਾਣੀ ਅਸਲੀ ਸ਼ਕਤੀ ਜਿਹੜੀ ਸਟੇਟ ਦੀ ਹੁੰਦੀ ਹੈ, ਉਹ ਚੁਣੇ ਹੋਏ ਲੋਕਾਂ ਦੀ ਜਿਹੜੀ ਸ਼ਕਤੀ ਹੁੰਦੀ ਆ, ਉਹ ਲੋਕਾਂ ਨੇ ਵੋਟਾਂ ਤੇ ਪਾ ਦਿੱਤੀਆਂ, ਪਰ ਆਪਣੀ ਸ਼ਕਤੀ ਦੇ ਵੋਟਾਂ ਦੇ ਨਾਲ ਉਹ ਸ਼ਕਤੀ ਨਹੀਂ ਇਹਨਾਂ ਨੂੰ ਦਿੱਤੀ, ਉਹ ਆਪਣੇ ਕੋਲ ਰੱਖੀ ਹੈ। ਤੇ ਜਦੋਂ ਲੋੜ ਪੈਂਦੀ ਆ ਉਹ ਡਿਸਪਲੇ ਕਰਦੇ ਆ, ਇਹ ਇੱਥੇ ਡੰਡੇ ਵਜਾਉਂਦੇ ਆ, ਜਾ ਕੇ ਲੋਕਾਂ 'ਚ ਖੜੇ ਹੋ ਕੇ ਦੱਸਣ, ਉਹਨੂੰ ਕਿਤੇ ਵੀ ਗੱਲ ਕਰਕੇ ਦੱਸਣ ਬਾਹਰ। ਉਹ ਕੱਲ੍ਹ ਗਿਆ ਸੀ ਨਾ ਪੰਜਾਬੀ ਯੂਨੀਵਰਸਿਟੀ, ਇੱਕ ਇਹਨਾਂ ਦਾ ਮਿਨਿਸਟਰ, ਘੇਰ ਲਿਆ ਅਗਲਿਆਂ ਨੇ, ਕਹਿੰਦੇ ਇੱਧਰ ਆ ਪਹਿਲਾਂ ਇਹ ਦੱਸ ਤੁਸੀਂ ਵਾਅਦਾ ਕੀ ਕਰਕੇ ਗਏ ਸੀ। ਇਹ ਹੈ ਪੰਜਾਬ ਦੀ ਜੈਨੂਅਨ ਹਾਲਤ। ਇਹ ਹੈ ਕਿ ਲੋਕਾਂ ਨੇ ਜਿਹੜੀ ਰਾਜਨੀਤਿਕ ਸ਼ਕਤੀ ਆਪਣੇ ਕੋਲ ਰੱਖੀ ਹੈ, ਲਗਾਮ ਪੰਜਾਬ ਦੇ ਨਿਜ਼ਾਮ ਦੀ ਆਪਣੇ ਕੋਲ ਰੱਖੀ ਹੈ। ਇਹ ਲੋਕ ਸਮਝਦੇ ਸੀ ਕਿ ਵੋਟ ਪਾ ਕੇ ਤੇ ਨਾਲ ਹੀ ਸਾਨੂੰ ਰਾਜ ਤੇ 5 ਸਾਲਾਂ ਲਈ ਬਿਠਾਤਾ, 5 ਲਈ। ਉਹ ਨਹੀਂ, ਉਹ ਕਹਿੰਦੇ ਰੋਜ਼ ਤੁਹਾਡੇ ਤੋਂ ਹਿਸਾਬ ਮੰਗਾਂਗੇ, ਤੇ ਰੋਜ਼ ਹੀ ਇਹ ਲੁਕੇ ਫਿਰਦੇ ਆ ਸਾਡੇ ਜਿਹੜੇ ਲੀਡਰ। ਇਹ ਹਾਲਤ ਆ। ਗੱਲ ਸਹੀ ਹੈ। ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਜੀ ਆਪਣੇ ਨਾਲ ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਅਕਸਰ ਹੀ ਤੁਸੀਂ ਡਿਬੇਟਾਂ ਦੇ ਵਿੱਚ ਦੇਖਦੇ ਹੋ। ਸਿਆਸਤ ਦੇ ਵਿੱਚ ਅਕਸਰ ਹੀ ਇਹਨਾਂ ਦਾ ਬੋਲਬਾਲਾ ਰਹਿੰਦਾ ਹੈ ਔਰ ਜਵਾਬਦੇਹੀ ਰਹਿੰਦੇ ਹੁੰਦੇ ਨੇ, ਹਰ ਇੱਕ ਟੌਪਿਕ ਤੇ ਜਵਾਬ ਦਿੰਦੇ ਨੇ। ਸੋ ਕਿੱਦਾਂ ਦੀ ਲੱਗੀ ਗੱਲਬਾਤ, ਕਮੈਂਟ ਕਰਕੇ ਜ਼ਰੂਰ ਦੱਸਣਾ। ਜਿਨ੍ਹਾਂ ਨੇ ਸਤਰੰਗ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲੈਣ। ਸੋ ਹੁਣ ਮੈਨੂੰ ਦੇ ਇਜਾਜ਼ਤ, ਕੈਮਰਾਮੈਨ ਅਮਿਤ ਦੇ ਨਾਲ ਸੋਨੂ ਜਾਂਸਲਾ ਦੀ ਰਿਪੋਰਟ, ਚੰਡੀਗੜ੍ਹ।